एक तो पखंडी लोग ने, वो भी लोग पखंड रचन वास्ते गुरु नानक दे मोढे ते रख के चलाਉਂਦੇ ने, ते दूजे पासे कई वो भी लोग ने जिहड़े परमात्मा दी होंद नूं रद्द कर रहे ने ते चलाओ भी गुरु नानक दे मोढे ते रख के रहे ने। तो इत्थों ये स्पष्ट हुंदा है कुदरत रब नहीं, नियम रब नहीं। या कोई बीमारी लग गई तो ठीक तो उन्होंने डॉक्टर कर रहा दवाइयां दे के, ते अखौती धर्म वाले क्रेडिट रब नूं दे दिंदे ने। उन्हां दे घर मौत आई है ते मौत ने तेरा दरवाजा भी किसी दिन खड़का देना। शागिर्दे नानक चैनल नूं सबसक्राइब करो ਅਤੇ ਨਾਲ ਦਿੱਤੇ ਬੈਲ ਆਈਕਨ ਦੇ ਬਟਨ ਨੂੰ ਜ਼ਰੂਰ ਦਬਾਓ ਤਾਂ ਜੋ ਹਰ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਮਿਲਦੀ ਰਹੇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਬਾਣੀ ਗੁਰੂ ਗੁਰੂ ਹੈ ਬਾਣੀ, ਵਿੱਚ ਬਾਣੀ ਅੰਮ੍ਰਿਤ ਸਾਰੇ। गुर बाणी कहै सेवक जन मानै, परतख गुरु निस्तारे। गुर बाणी कहै सेवक जन मानै, परतख गुरु निस्तारे। सो कहो अटल गुर सेवियै, अहनस सहज सुभाए। दर्शन परसिए गुरु कै, जन्म मरण दुख जाए। दर्शन परसिए गुरु कै, जन्म मरण दुख जाए। सतनाम श्री वाहिगुरु साहिब जीओ। गौड़ी महला नावा। साधो रचना राम बनाई, एक बिनसै एक अस्थिर मानै। अचरज लख्यो ना जाई, साधो रचना राम बनाई। एक बिनसै एक अस्थिर मानै, अचरज लख्यो ना जाई। रहाओ काम क्रोध मोह बस प्राणी, हर मूरत बिसराई। झूठा तन साचा कर मान्यो, ज्यों सुपना रै नाई। जो दिसै सो सगल बिनासै, ज्यों बादर की शाई। जन नानक जग जान्यो मिथ्या, रहयो राम सरनाई। जो दिसै सो सगल बिनासै, जो बादर की शाई। जन नानक जग जान्यो मिथ्या, रहयो राम सरनाई। वाहिगुरु जी का खालसा, वाहिगुरु जी की फतेह। वाहिगुरु साहिब जी। डंडौत बंदन अनक बार, सर्ब कला समरथ। डोलन ते राखो प्रभु, नानक दे कर हथ। डोलन ते राखो प्रभु, नानक दे कर हथ। तेग बहादुर सिमरियै, घर नौ निद आवै धाए। सब थाई होए सहाय, सब थाई होए सहाय। गुरु रूप गुरु खालसा साध संगत जीओ। धन धन साहिब श्री गुरु ग्रंथ साहिब महाराज जी की अपार बख्शिश दे सदका
ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਵੱਲੋਂ ਉਚਾਰਨ ਕੀਤੀ ਹੋਈ ਪਾਵਨ ਪਵਿੱਤਰ ਗੁਰਬਾਣੀ ਦੇ ਲੜੀਵਾਰ ਜੋ ਕਥਾ ਦੀ ਵਿਚਾਰ ਆਪਾਂ ਆਰੰਭ ਕੀਤੀ ਸੀ ਸਾਧ ਸੰਗਤ, ਉਸੇ ਲੜੀ ਦੇ ਤਹਿਤ ਅੱਜ ਸਤਿਗੁਰਾਂ ਦੇ ਗੌੜੀ ਰਾਗ ਦੇ ਅੰਦਰ ਦੂਸਰੇ ਸ਼ਬਦ ਦੀ ਵਿਚਾਰ ਕਰਨੀ ਹੈ। ਇਸ ਸ਼ਬਦ ਦੀ ਰਹਾਉ ਦੀ ਤੁਕ ਵਿੱਚ ਸਤਿਗੁਰਾਂ ਨੇ ਬਚਨ ਕੀਤਾ ਹੈ, ਸਾਧੂ ਰਚਨਾ RAM ਬਨਾਈ, ਇੱਕ ਬਿਨਸੈ ਇੱਕ ਅਸਥਿਰ ਮਾਨੈ, ਅਚਰਜ ਲਖਿਓ ਨਾ ਜਾਈ। ਇੱਥੇ ਰਚਨਾ ਦੀ ਗੱਲ ਕੀਤੀ ਗਈ ਆ ਤੇ ਰਚਨਾ ਨੂੰ ਬਣਾਉਣ ਵਾਲੇ ਰਮੇ ਹੋਏ ਪਰਮਾਤਮਾ ਦੀ ਗੱਲ ਕੀਤੀ ਗਈ ਹੈ ਤੇ ਨਾਲ ਸਤਿਗੁਰਾਂ ਨੇ ਬਚਨ ਕੀਤਾ ਹੈ, ਇੱਕ ਬਿਨਸੈ ਇੱਕ ਅਸਥਿਰ ਮਾਨੈ, ਅਚਰਜ ਲਖਿਓ ਨਾ ਜਾਈ। ਮਹਾਰਾਜ ਕਹਿੰਦੇ ਕਮਾਲ ਦੀ ਗੱਲ ਹੈ, ਕਿੰਨੀ ਹੈਰਾਨੀ ਦੀ ਗੱਲ ਕਿ ਇੱਕ ਪਾਸੇ ਕੋਈ ਮਰ ਰਿਹਾ ਬਿਨਸ ਰਿਹਾ, ਕਿਉਂਕਿ ਜਿਹੜੀ ਰਚਨਾ ਉਹਨੇ ਬਣਾਈ ਹੈ ਫਿਰ ਨਿਯਮ ਇਹ ਵੀ ਆ ਵੀ ਜੋ ਕੁਝ ਬਣਿਆ ਉਹਨੇ ਬਿਨਸਣਾ ਵੀ ਹੈ, ਬਿਨਸਣ ਤੋਂ ਰਹਿਤ ਤਾਂ ਕੇਵਲ ਬਣਾਉਣ ਵਾਲਾ ਹੀ ਆ। ਕਮਾਲ ਦੀ ਗੱਲ ਵੀ ਇੱਕ ਬੰਦਾ ਮਰ ਰਿਹਾ, ਹੋਰ ਹੀ ਇੱਕ ਜੀਵ ਬਿਨਸ ਰਿਹਾ, ਪਰ ਉਹਨੂੰ ਬਿਨਸਦਿਆਂ ਦੇਖ ਕੇ ਵੀ ਦੂਸਰਾ ਬੰਦਾ ਇਹ ਸੋਚੀ ਫਿਰਦਾ ਵੀ ਮੈਂ ਤਾਂ ਮਰਨਾ ਹੀ ਨਹੀਂ। ਅਸਥਿਰ ਮਾਨੈ ਸਦੀਵੀ ਰਹਿਣ ਦੀਆਂ ਜਿਹੜੀਆਂ ਅੰਦਰੋਂ ਸੋਚਾਂ ਸੋਚੀ ਜਾਂਦਾ ਹੈ। ਤੋ ਇਹ ਜਿਹੜੀ ਰਹਾਉ ਦੀ ਤੁਕ, ਇਹਦਾ ਜਿਹੜਾ ਸਾਰਾ ਭਾਵ ਪਹਿਲਾਂ ਆਪਾਂ ਵਿਚਾਰ ਕਰਾਂਗੇ। ਸਾਧ ਸੰਗਤ, ਵਿਚਾਰ ਆਰੰਭ ਕਰਨ ਤੋਂ ਪਹਿਲਾਂ ਆਓ ਜਿੰਨੇ ਵੀ ਸਰੀਰ ਆਪਾਂ ਜੁੜ ਬੈਠੇ ਹਾਂ, ਸੁਰਤ ਨੂੰ ਟਿਕਾ ਕੇ ਫਤਿਹ ਦੇ ਵਿੱਚ ਹਾਜ਼ਰੀ ਭਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਜੀ ਨੇ ਰਹਾਉ ਦੀਆਂ ਤੁਕਾਂ ਦੇ ਵਿੱਚ ਜੋ ਬਚਨ ਕੀਤਾ, ਮਹਾਰਾਜ ਕਹਿੰਦੇ ਸਾਧੋ ਰਚਨਾ RAM ਬਣਾਈ। हे ਸਾਧਨਾ ਕਰਨ ਵਾਲਿਆ, हे ਸੰਤ ਜਨੋ, ਰਚਨਾ ਭਾਵ ਜੋ ਵੀ ਕੁਝ ਰਚਿਆ ਹੋਇਆ, ਜੋ ਕੁਝ ਦੇਖ ਰਹੇ ਹਾਂ, ਵੱਖ-ਵੱਖ ਢੰਗ ਦੇ ਜੀਵ ਜੰਤੂ, ਪੇੜ ਪੌਦੇ, ਜਿੰਨੀ ਵੀ ਚੀਜ਼ ਇਹ ਪਸਰੀ ਹੋਈ ਹੈ, ਸਪੇਸ ਹੋ ਗਈ, ਤਾਰੇ ਹੋ ਗਏ, ਜੋ ਵੀ ਕੁਝ ਹੈ, ਇਹ ਸਾਰੀ ਦੀ ਸਾਰੀ ਰਚਨਾ RAM ਨੇ ਬਣਾਈ ਹੈ। RAM ਦਾ ਅਰਥ ਕੀ ਹੈ? ਇੱਥੇ RAM ਦਾ ਅਰਥ ਦਸ਼ਰਥ ਦਾ ਪੁੱਤਰ ਸ਼੍ਰੀ ਰਾਮਚੰਦਰ ਨਹੀਂ ਸਮਝ ਲੈਣਾ, ਕਿਉਂਕਿ ਇੱਥੇ RAM ਦਾ ਜਿਹੜਾ ਅਰਥ ਪਰਮਾਤਮਾ ਹੋਵੇਗਾ। RAM ਦੇ ਅੱਖਰੀ ਅਰਥ ਹੁੰਦੇ ਨੇ ਰਮਿਆ ਹੋਇਆ, ਔਰ ਇਹਦੇ ਜਦੋਂ ਪਰਮਾਤਮਾ ਪਰਥਾਏ ਸ਼ਬਦ ਆਏ ਨੇ ਤੇ ਗੁਰਬਾਣੀ ਦੇ ਵਿੱਚ ਇਹ ਵੀ ਕਲੀਅਰ ਕੀਤਾ ਗਿਆ ਹੈ, ਕਬੀਰ RAM ਕਹਿਨ ਮੈਂ ਭੇਦ ਹੈ, ਤਾ ਮਹਿ ਏਕ ਵਿਚਾਰ, ਸੋਈ RAM ਸਭੈ ਕਹੈ, ਸੋਈ ਕੌਤਕ ਹਾਰ। ਕਬੀਰ ਰਾਮੈ RAM ਕਹੋ, ਕਹਿਬੇ ਮਾਹੇ ਬਬੇਕ, ਏਕ ਅਨੇਕਹਿ ਮਿਲ ਗਿਆ, ਏਕ ਸਮਾਨਾ ਏਕ। ਕਬੀਰ ਜੀ ਕਹਿੰਦੇ ਜਿਹੜੇ RAM ਦੀ ਮੈਂ ਗੱਲ ਕਰਦਾ, ਜਿਹਦੀ ਮੈਂ ਆਰਾਧਨਾ ਕਰ ਰਿਹਾ, ਇਹ ਉਹ RAM ਹੈ ਜਿਹੜਾ ਹਰ ਥਾਂ ਤੇ ਰਮਿਆ ਹੋਇਆ। ਇਹ ਸ੍ਰੀ ਦਸ਼ਰਥ ਦਾ ਪੁੱਤਰ ਨਹੀਂ ਹੈ। ਤੋ ਇੱਥੇ ਮਹਾਰਾਜ ਕਹਿੰਦੇ ਸਾਧੋ ਰਚਨਾ RAM ਬਣਾਈ। ਇਹ ਜਿੰਨੀ ਵੀ ਰਚਨਾ ਹੈ ਇਹ ਪਰਮਾਤਮਾ ਨੇ ਬਣਾਈ ਹੈ। ਤੇ ਕਮਾਲ ਦੀ ਗੱਲ, ਸ਼ਬਦ ਇੱਥੇ RAM ਕਿਉਂ ਵਰਤਿਆ? ਕਿਉਂਕਿ ਸਤਿਗੁਰੂ ਇਹ ਵੀ ਸਪਸ਼ਟ ਕਰਨਾ ਚਾਹੁੰਦੇ ਨੇ ਵੀ ਰਚਨਾ ਜਿਹੜੇ ਪਰਮਾਤਮਾ ਨੇ ਬਣਾਈ ਹੈ ਉਹ ਉਸੇ ਰਚਨਾ 'ਚ ਰਮਿਆ ਵੀ ਹੋਇਆ, ਤਾਂ ਕਰਕੇ ਢੁਕਵਾਂ ਸ਼ਬਦ ਵਰਤਿਆ RAM। ਇਹ ਜਿੰਨੀ ਵੀ ਰਚਨਾ ਹੈ ਇਹਨੂੰ ਰਮੇ ਹੋਏ ਪਰਮਾਤਮਾ ਨੇ ਬਣਾਇਆ। ਗੁਰਬਾਣੀ ਦੇ ਵਿੱਚੋਂ ਬੜੇ ਪ੍ਰਮਾਣ ਮਿਲਣਗੇ ਜਿਹੜੇ ਇਸ ਗੱਲ ਨੂੰ ਸਿੱਧ ਕਰਦੇ ਨੇ ਵੀ ਬਣਾਉਣ ਵਾਲਾ ਪਰਮਾਤਮਾ, ਰਚਨਾ ਦਾ ਮਾਲਕ ਪਰਮਾਤਮਾ ਹੈ। ਮੂਲ ਮੰਤਰ ਦਾ ਪਾਠ ਕਰਦੇ ਹਾਂ ਤੇ ਆਪਾਂ ਮੂਲ ਮੰਤਰ ਦੇ ਵਿੱਚ ਇੱਕ ਬਚਨ ਪੜ੍ਹਦੇ ਹਾਂ, ਕਰਤਾ ਪੁਰਖ। ਕਰਤਾ ਦਾ ਅਰਥ ਕੀ ਹੁੰਦਾ ਹੈ? ਬਣਾਉਣ ਵਾਲਾ, ਭਾਵ ਜੋ ਵੀ ਕੁਝ ਇੱਥੇ ਬਣਿਆ ਇਹਨੂੰ ਬਣਾਉਣ ਵਾਲਾ ਜਿਹੜਾ ਹੈ ਉਹ ਏਕ ਓੰਕਾਰ ਹੈ। ਤੇ ਨਾਲ ਸ਼ਬਦ ਵਰਤਿਆ ਹੈ ਪੁਰਖ। ਪੁਰਖ ਦਾ ਅਰਥ ਹੁੰਦਾ ਵੀ ਜੋ ਵੀ ਕੁਝ ਬਣਿਆ ਹੈ, ਹਰ ਬਣੀ ਹੋਈ ਚੀਜ਼ ਦੇ ਵਿੱਚ ਉਹ ਬਣਾਉਣ ਵਾਲਾ ਆਪ ਸਮਾਇਆ ਹੋਇਆ ਹੈ। ਜਿਵੇਂ ਇਹ ਜਿਹੜਾ ਚਿੱਤਰ ਬਣਾ ਦਿੱਤਾ, ਆਮ ਪੇਂਟਰ ਦੀ ਤਰ੍ਹਾਂ ਨਹੀਂ ਕਿ ਪੇਂਟਿੰਗ ਬਣਾ ਕੇ ਕੰਧ ਤੇ ਲਟਕਾ ਦਿੱਤੀ ਤੇ ਪੇਂਟਰ ਪਤਾ ਨਹੀਂ ਕਿਹੜੇ ਵਤਨ ਵਿੱਚ ਰਹਿ ਰਿਹਾ, ਇਸ ਤਰ੍ਹਾਂ ਨਹੀਂ। ਪਰਮਾਤਮਾ ਨੇ ਜਿਹੜਾ ਇਹ ਚਿੱਤਰ ਬਣਾਇਆ ਹੈ ਕੁਦਰਤ ਰੂਪੀ, ਇਸ ਫਿਰ ਚਿੱਤਰ ਦੇ ਵਿੱਚ ਆਪ ਟਿਕਿਆ ਵੀ ਹੋਇਆ ਹੈ। ਤਾਂ ਕਰਕੇ ਮਹਾਰਾਜ ਕਹਿੰਦੇ ਸਾਧੋ ਰਚਨਾ RAM ਬਣਾਈ। ਇਹ ਜਿਹੜੀ ਰਚਨਾ ਹੈ ਉਸ ਰਮੇ ਹੋਏ ਪਰਮਾਤਮਾ ਨੇ ਬਣਾਈ ਹੈ। ਗੁਰਬਾਣੀ ਦੇ ਵਿੱਚ ਮਹਾਰਾਜ ਦਾ ਬਚਨ ਆਉਂਦਾ ਹੈ, ਤੂੰ ਆਪੇ ਸਿਸ਼ਟ ਕਰਤਾ ਸਿਰਜਣਹਾਰਿਆ, ਤੁਧ ਆਪੇ ਖੇਲ ਰਚਾਏ ਆਪ ਸਵਾਰਿਆ। हे ਪਰਮਾਤਮਾ, ਤੂੰ ਆਪ ਹੀ ਇਸ ਸ੍ਰਿਸ਼ਟੀ ਦਾ ਕਰਤਾ ਹੈ, ਆਪ ਹੀ ਬਣਾਉਣ ਵਾਲਾ ਹੈ ਤੇ ਆਪ ਹੀ ਇਸ ਖੇਡ ਨੂੰ ਰਚ ਕੇ ਫਿਰ ਉਹਦੀ ਸੰਭਾਲ ਵੀ ਕਰ ਰਿਹਾ।
तू आपे सिष्ट करता सिरजनहारिया, तुद आपे खेल रचाए, तुद आप सवारिया। ਜਾਂ ਮਹਾਰਾਜ ਦਾ ਬਚਨ ਆਉਂਦਾ, ਏਕਸ ਤੇ ਸਭ ਰੂਪ ਹੈ ਰੰਗਾ, ਪੌਣ ਪਾਣੀ ਬੈ ਸੰਤਰ ਸਭ ਸਹਿ ਲੰਗਾ। ਏਕਸ ਤੇ ਭਾਵ ਇੱਕ ਪਰਮਾਤਮਾ ਤੋਂ ਹੀ ਇਹ ਸਭ ਕੁਝ ਬਣਿਆ ਹੈ, ਰਚਨਾ ਰਾਮ ਬਣਾਈ। ਏਕਸ ਤੇ ਸਭ ਰੂਪ ਹੈ ਰੰਗਾ, ਜਿੰਨੇ ਵੀ ਰੂਪ ਨੇ, ਕੋਈ ਕਾਲਾ, ਕੋਈ ਗੋਰਾ, ਕੋਈ ਲਾਲ, ਵੱਖ-ਵੱਖ ਢੰਗ ਦੇ ਇੱਥੇ ਰੰਗ ਨੇ, ਵੱਖ-ਵੱਖ ਰੰਗਾਂ ਦੀਆਂ ਕਿਸਮਾਂ ਨੇ। ਏਕਸ ਤੇ ਸਭ ਰੂਪ ਹੈ ਰੰਗਾ, ਵੱਖ-ਵੱਖ ਤਰ੍ਹਾਂ ਦੇ ਰੂਪ ਨੇ, ਵੱਖ-ਵੱਖ ਤਰ੍ਹਾਂ ਦੇ ਰੰਗ ਨੇ। ਮਹਾਰਾਜ ਕਹਿੰਦੇ ਇਹ ਜੋ ਵੀ ਕੁਝ ਪਸਰਿਆ ਹੋਇਆ ਹੈ, ਇਹ ਸਭ ਕੁਝ ਉਸ ਇੱਕ ਪਰਮਾਤਮਾ ਨੇ ਬਣਾਇਆ। ਏਕਸ ਤੇ ਸਭ ਰੂਪ ਹੈ ਰੰਗਾ, ਪੌਣ ਪਾਣੀ ਬੈਸੰਤਰ। ਪੌਣ ਦਾ ਅਰਥ ਹਵਾ, ਪਾਣੀ ਆਪਾਂ ਸਮਝਦੇ ਹਾਂ, ਤੇ ਬੈਸੰਤਰ ਦਾ ਅਰਥ ਹੁੰਦਾ ਹੈ ਅੱਗ। ਇਹ ਪਾਣੀ ਵੀ ਇੱਕ ਪਰਮਾਤਮਾ ਤੋਂ ਬਣਿਆ ਹੈ, ਹਵਾ ਵੀ ਇੱਕ ਪਰਮਾਤਮਾ ਤੋਂ ਬਣੀ ਹੈ, ਤੇ ਅੱਗ ਵੀ ਇਸ ਇੱਕ ਪਰਮਾਤਮਾ ਤੋਂ ਹੀ ਬਣੀ ਹੈ। ਤੇ ਕਮਾਲ ਦੀ ਗੱਲ, ਇਹ ਸਭ ਕੁਝ ਬਣਾ ਕੇ ਉਸ ਪਰਮਾਤਮਾ ਨੇ ਇਹ ਵਿਰੋਧੀ ਤੱਤ ਇਕੱਠੇ ਟਿਕਾਏ ਨੇ। ਹੁਣ ਦੇਖੋ ਪਾਣੀ ਤੇ ਅੱਗ ਦਾ ਕੀ ਮੇਲ ਆ, ਪਰ ਮਹਾਰਾਜ ਨੇ ਇਕੱਠੇ ਟਿਕਾਏ ਨੇ। ਸਾਡਾ ਸਰੀਰ 5 ਤੱਤਾਂ ਦਾ ਬਣਿਆ ਹੈ, ਇੱਥੇ ਪਾਣੀ ਵੀ ਟਿਕਿਆ, ਇੱਥੇ ਅੱਗ ਵੀ ਟਿਕੀ ਹੈ। ਏਕਸ ਤੇ ਸਭ ਰੂਪ ਹੈ ਰੰਗਾ, ਪੌਣ ਪਾਣੀ ਬੈ ਸੰਤਰ ਸਭ ਸਹਿ ਲੰਗਾ, ਭਿੰਨ ਭਿੰਨ ਵੇਖੈ ਹਰ ਪ੍ਰਭ ਰੰਗਾ। ਇਹ ਜਿੰਨੀ ਵੀ ਭਿੰਨਤਾ, ਜਿੰਨੀ ਵੀ ਵੈਰਾਈਟੀ ਬਣਾਈ ਹੈ, ਵੱਖ-ਵੱਖ ਤਰ੍ਹਾਂ ਦੀਆਂ ਕਿਸਮਾਂ ਜੀਵ ਬਣਾਏ ਨੇ, ਇਹ ਰਚਨਾ ਵੱਖ-ਵੱਖ ਢੰਗ ਦੀ ਬਣਾਈ ਹੈ। ਤੇ ਮਹਾਰਾਜ ਕਹਿੰਦੇ ਫਿਰ ਇਹ ਸਾਰੀ ਭਿੰਨ-ਭਿੰਨ ਜਿਹੜੀ ਰਚਨਾ ਹੈ ਉਹਨੂੰ ਆਪ ਦੇਖ ਰਿਹਾ, ਉਹਦੀ ਆਪ ਸੰਭਾਲ ਕਰ ਰਿਹਾ। ਇਹ ਨਹੀਂ ਵੀ ਕੋਈ ਤੀਜਾ ਬੰਦਾ ਲਾਤਾ ਸੰਭਾਲ ਕਰਨ ਲਈ, ਬਣਾਈ ਵੀ ਉਹਨੇ ਆਪ ਹੈ ਤੇ ਸੰਭਾਲ ਵੀ ਆਪ ਕਰ ਰਿਹਾ। ਏਕਸ ਤੇ ਸਭ ਰੂਪ ਹੈ ਰੰਗਾ, ਪੌਣ ਪਾਣੀ ਬੈ ਸੰਤਰ ਸਭ ਸਹਿ ਲੰਗਾ, ਭਿੰਨ ਭਿੰਨ ਵੇਖੈ ਹਰ ਪ੍ਰਭ ਰੰਗਾ, ਏਕ ਅਚਰਜ ਏਕੋ ਹੈ ਸੋਈ। ਮਹਾਰਾਜ ਕਹਿੰਦੇ ਅਚਰਜ ਦੇਖੋ, ਹੈਰਾਨੀ ਦੀ ਗੱਲ ਦੇਖੋ ਕਿ ਸਭ ਕੁਝ ਬਣਾਉਣ ਵਾਲਾ ਹੈ ਇੱਕੋ ਹੀ। ਕਿਉਂਕਿ ਤੁਸੀਂ ਇਹ ਕੁਦਰਤ ਦਾ ਪਸਾਰਾ ਦੇਖੋ, ਕਿੱਡੀ ਵੱਡੀ ਕੁਦਰਤ, ਅੰਤ ਹੀ ਨਹੀਂ ਪੈਂਦਾ। ਕਿੱਥੋਂ ਤੱਕ ਇਹਦੀ ਸੀਮਾ ਹੈ, ਸਾਡਾ ਅੰਤ ਹੀ ਨਹੀਂ ਪੈਂਦਾ। ਇਹ ਬ੍ਰਹਿਮੰਡ ਦੇਖ ਲਓ, ਅੱਜ ਤੱਕ ਸਾਇੰਸ ਖੋਜ ਹੀ ਨਹੀਂ ਪਾ ਰਹੇ ਵੀ ਕਿੰਨੇ ਬ੍ਰਹਿਮੰਡ ਨੇ, ਇਸ ਤੋਂ ਅਗਾਂਹ ਕੀ ਹੈ। ਜੇ ਕੁਦਰਤ ਨਹੀਂ ਖੋਜੀ ਜਾ ਰਹੀ ਵੀ ਕੁਦਰਤ ਦਾ ਅੰਤ ਕੀ ਹੈ, ਤੇ ਕੁਦਰਤ ਨੂੰ ਬਣਾਉਣ ਵਾਲੇ ਦਾ ਅੰਤ ਕਿਵੇਂ ਖੋਜਿਆ ਜਾਵੇਗਾ ਸਾਧ ਸੰਗਤ। ਤੇ ਮਹਾਰਾਜ ਕਹਿੰਦੇ ਹੈਰਾਨੀ ਦੀ ਗੱਲ, ਏਡੀ ਵੱਡੀ ਰਚਨਾ ਬਣਾਉਣ ਵਾਲਾ ਹੈ ਇੱਕੋ, ਤੇ ਉਸ ਤੋਂ ਵੀ ਹੈਰਾਨੀ ਦੀ ਗੱਲ, ਇੱਕ ਹੋਣ ਦੇ ਬਾਵਜੂਦ ਵੀ ਹਰ ਥਾਂ ਤੇ ਹੈ ਉਹ। ਇਹ ਨਹੀਂ ਵੀ ਬਸ ਉੱਥੇ ਹੈ ਇੱਥੇ ਨਹੀਂ, ਇੱਕ ਹੋਣ ਦੇ ਬਾਵਜੂਦ ਵੀ ਹਰ ਜ਼ਰੇ ਜ਼ਰੇ ਪੱਤੇ ਪੱਤੇ ਵਿੱਚ ਉਹ ਸਮਾਇਆ ਹੋਇਆ ਹੈ। ਫਿਰ ਬਚਨ ਸੁਣਿਓ, ਮਹਾਰਾਜ ਕਹਿੰਦੇ ਏਕਸ ਤੇ ਸਭ ਰੂਪ ਹੈ ਰੰਗਾ, ਪੌਣ ਪਾਣੀ ਬੈ ਸੰਤਰ ਸਭ ਸਹਿ ਲੰਗਾ, ਭਿੰਨ ਭਿੰਨ ਵੇਖੈ ਹਰ ਪ੍ਰਭ ਰੰਗਾ, ਏਕ ਅਚਰਜ ਏਕੋ ਹੈ ਸੋਈ। ਕਮਾਲ ਦੀ ਗੱਲ, ਏਡੀ ਰਚਨਾ ਬਣਾਉਣ ਵਾਲਾ ਇੱਕੋ ਤੇ ਹਰ ਥਾਂ ਤੇ ਮੌਜੂਦ ਹੈ। ਇੱਥੇ ਮੈਂ ਇੱਕ ਬੇਨਤੀ ਕਰਾਂ ਸਾਧ ਸੰਗਤ, ਇੱਥੇ ਅਸੀਂ ਇਹ ਦੋਨਾਂ ਚੀਜ਼ਾਂ ਨੂੰ ਬੜੇ ਧਿਆਨ ਨਾਲ ਸਮਝਣਾ ਹੈ, ਰਚਨਾ ਤੇ ਰਮਿਆ ਹੋਇਆ ਰਾਮ। ਅੱਜ ਸਾਡੀ ਤਰਾਸਦੀ ਕੀ ਆ ਵੀ ਸਾਡੇ ਕਈ ਪ੍ਰਚਾਰਕ ਨਾ ਜੀ ਇਸ ਕਨਸੈਪਟ ਨੂੰ ਮਿਸ ਇੰਟਰਪ੍ਰੇਟ ਕਰ ਰਹੇ ਨੇ, ਇਹਦੀ ਵਿਆਖਿਆ ਦੇ ਅਰਥ ਗਲਤ ਕਰ ਰਹੇ ਨੇ। ਤੇ ਅੱਜ ਇਸ ਗੱਲ ਤੇ ਜ਼ੋਰ ਦਿੱਤਾ ਜਾ ਰਿਹਾ ਵੀ ਜਿਹੜੀ ਪਰਮਾਤਮਾ ਦੀ ਅਸਲ ਹੋਂਦ ਹੈ ਉਹਨੂੰ ਰੱਦ ਕੀਤਾ ਜਾ ਰਿਹਾ। ਵੈਸੇ ਸੂਰਜ ਨੂੰ ਕੋਈ ਅੰਨਾ ਰੱਦ ਕਰੇ, ਸੂਰਜ ਦੀ ਹੋਂਦ ਨਹੀਂ ਰੱਦ ਹੋ ਜਾਣੀ। ਕੋਈ ਨਾਸਤਿਕ ਬੰਦਾ ਪਰਮਾਤਮਾ ਦੀ ਹੋਂਦ ਨੂੰ ਰੱਦ ਕਰ ਦੇਵੇ, ਪਰਮਾਤਮਾ ਦੀ ਹੋਂਦ ਨਹੀਂ ਰੱਦ ਹੋਣੀ। ਪਰ ਫਿਰ ਵੀ ਇਹ ਦਾਅਵੇ ਕੀਤੇ ਜਾ ਰਹੇ ਨੇ ਵੀ ਅਸੀਂ ਮੰਨਦੇ ਹੀ ਨਹੀਂ ਰੱਬ ਹੈ। ਚਲੋ ਕੋਈ ਨਹੀਂ ਮੰਨਦਾ, ਕੋਈ ਧੱਕਾ ਨਹੀਂ, ਹਰ ਬੰਦਾ ਆਪੋ ਆਪਣੀ ਵਿਚਾਰ ਦੇ ਪ੍ਰਤੀ ਸੁਤੰਤਰ ਹੈ, ਪਰ ਉਹਨੂੰ ਇਹ ਆਜ਼ਾਦੀ ਨਹੀਂ ਵੀ ਆਪਣੀ ਵਿਚਾਰ ਗੁਰੂ ਤੇ ਥੋਪੇ, ਸਿੱਖੀ ਵਿਚਾਰਧਾਰਾ ਵਿੱਚ ਥੋਪੇ। ਇਹ ਉਹਨੂੰ ਕੋਈ ਸੁਤੰਤਰਤਾ ਨਹੀਂ ਹੈਗੀ, ਵਿਚਾਰ ਆਪਣੀ ਹੈ। ਪਰ ਕਈ ਵਾਰੀ ਅਸੀਂ ਗੁਰੂ ਨਾਨਕ ਦੇ ਮੋਢੇ ਤੇ ਰੱਖ ਕੇ ਚਲਾਉਣ ਲੱਗ ਪੈਂਦੇ ਆ ਸਾਧ ਸੰਗਤ। ਦੋ ਤਰ੍ਹਾਂ ਦੇ ਲੋਕ ਨੇ, ਇੱਕ ਤਾਂ ਪਖੰਡੀ ਲੋਕ ਨੇ, ਉਹ ਵੀ ਲੋਕ ਪਖੰਡ ਰਚਨ ਵਾਸਤੇ ਗੁਰੂ ਨਾਨਕ ਦੇ ਮੋਢੇ ਤੇ ਰੱਖ ਕੇ ਚਲਾਉਂਦੇ ਨੇ, ਤੇ ਦੂਜੇ ਪਾਸੇ ਕਈ ਉਹ ਵੀ ਲੋਕ ਨੇ ਜਿਹੜੇ ਅੰਦਰੋਂ ਸੁੱਕ ਗਏ ਨੇ ਤੇ ਕੇਵਲ ਦਿਮਾਗੀ ਤਲ ਤੇ ਪ੍ਰਮਾਤਮਾ ਦੀ ਹੋਂਦ ਨੂੰ ਰੱਦ ਕਰ ਰਹੇ ਨੇ, ਤੇ ਚਲਾਓ ਵੀ ਗੁਰੂ ਨਾਨਕ ਦੇ ਮੋਢੇ ਤੇ ਰੱਖ ਕੇ ਰਹੇ ਨੇ। ਵਿਚਾਰ ਆਪਣੀ ਤੇ ਕਹਿੰਦੇ ਗੁਰੂ ਨਾਨਕ ਇੰਜ ਕਹਿੰਦੇ ਨੇ। ਪਰ ਗੁਰੂ ਨਾਨਕ ਦੇ ਬਚਨਾਂ ਤੋਂ ਇਹ ਸਪਸ਼ਟ ਹੁੰਦਾ ਹੈ ਕਿ ਸਤਿਗੁਰੂ ਜੀ ਨੇ ਪਰਮਾਤਮਾ ਦੀ ਹੋਂਦ ਨੂੰ ਵੀ ਮੰਨਿਆ ਹੈ ਤੇ ਨਾਲ ਇਹ ਵੀ ਮੰਨਿਆ ਵੀ ਪਰਮਾਤਮਾ ਰਮਿਆ ਕੁਦਰਤ ਵਿੱਚ ਹੀ ਹੈ। ਅੱਜ ਤੁਸੀਂ ਦੇਖੋ ਇੱਕ ਕਨਸੈਪਟ ਦਿੱਤਾ ਜਾ ਰਿਹਾ ਹੈ ਕਿ ਕੁਦਰਤ ਹੀ ਰੱਬ ਹੈ, ਤੇ ਇੱਕ ਸ਼ਬਦ ਗੁਰਬਾਣੀ ਦਾ ਲੈ ਕੇ ਉਹਦੇ ਤੇ ਦਾਅਵਾ ਕੀਤਾ ਜਾ ਰਿਹਾ ਵੀ ਆਹ ਦੇਖੋ ਵੀ ਕਬੀਰ ਸਾਹਿਬ ਨੇ ਤਾਂ ਪਰਮਾਤਮਾ ਦੀ ਹੋਂਦ ਨੂੰ ਰੱਦ ਕੀਤਾ। ਉਹ ਬਚਨ ਅਕਸਰ ਸੁਣਾਉਂਦੇ ਹੁੰਦੇ ਨੇ, ਕਹਿੰਦੇ ਨੇ ਜੋਗੀ ਗੋਰਖ ਗੋਰਖ ਕਰੈ,
जोगी गोरख गोरख करै, हिंदू राम नाम उचरै, मुसलमान का एक खुदाए, कबीर का स्वामी रहया समाए। ਉਹ ਕਹਿੰਦੇ ਵੀ ਅਸੀਂ ਜੇ ਕਹਿੰਦੇ ਆ ਵੀ ਇੱਕ ਓੰਕਾਰ ਦੇ ਅਰਥ ਅਸੀਂ ਇੱਕ ਪਰਮਾਤਮਾ ਕਰਦੇ ਆ ਤੇ ਮੁਸਲਮਾਨ ਵੀ ਤਾਂ ਫਿਰ ਇੱਕ ਹੀ ਪਰਮਾਤਮਾ ਮੰਨਦੇ ਨੇ, ਪਰ ਕਬੀਰ ਜੀ ਇੱਥੇ ਖੰਡਨ ਕਰ ਰਹੇ ਨੇ ਵੀ ਇੱਕ ਪਰਮਾਤਮਾ ਤਾਂ ਮੁਸਲਮਾਨ ਵੀ ਮੰਨਦਾ ਹੈ, ਪਰ ਜਿਹੜਾ ਕਬੀਰ ਦਾ ਰੱਬ ਹੈ, ਕਬੀਰ ਦਾ ਪਰਮਾਤਮਾ ਹੈ, ਉਹ ਹਰ ਥਾਂ ਤੇ ਸਮਾਇਆ ਹੋਇਆ ਹੈ। ਤੇ ਇੱਥੋਂ ਫਿਰ ਅਰਥ ਕੱਢ ਕੇ ਕਹਿ ਦਿੰਦੇ ਦੇਖੋ ਜੀ ਕਬੀਰ ਨੇ ਕੁਦਰਤ ਨੂੰ ਰੱਬ ਕਹਿ ਦਿੱਤਾ, ਪਰ ਇੱਥੇ ਕਿਤੇ ਵੀ ਸਪਸ਼ਟ ਨਹੀਂ ਹੋ ਰਿਹਾ ਵੀ ਕੁਦਰਤ ਨੂੰ ਕਬੀਰ ਜੀ ਨੇ ਰੱਬ ਕਿਹਾ ਹੈ। ਪਹਿਲਾਂ ਤਾਂ ਇਹ ਗੱਲ ਸਮਝੀਏ ਕਿ ਜੇ ਮੁਸਲਮਾਨ ਕਾ ਏਕ ਖੁਦਾਏ ਗੱਲ ਕਹੀ ਆ ਕਿਹੜੇ ਸੰਦਰਭ 'ਚ ਕਹੀ ਹੈ, ਕਿਉਂਕਿ ਕਬੀਰ ਜੀ ਦਾ ਇੱਕ ਹੋਰ ਵੀ ਬਚਨ ਮਿਲਦਾ ਹੈ। ਮਹਾਰਾਜ ਨੇ ਬਚਨ ਕੀਤਾ ਹੈ ਅੱਲਾਹ ਏਕ ਮਸੀਤ ਬਸਤ ਹੈ। ਅਸਲ ਦੇ ਵਿੱਚ ਗੱਲ ਕੀ ਹੈ ਕਿ ਮੁਸਲਮਾਨਾਂ ਨੇ ਵੀ ਇੱਕ ਖੁਦਾ ਨੂੰ ਹੀ ਮੰਨਿਆ ਹੈ, ਪਰ ਤਰਾਸ ਦੀ ਗੱਲ ਇਹ ਵੀ ਉਹਨਾਂ ਨੇ ਇੱਕ ਖੁਦਾ ਤੇ ਆਪਣਾ ਕਾਪੀਰਾਈਟ ਬਣਾ ਲਿਆ ਵੀ ਸਾਡਾ ਇੱਕ ਖੁਦਾ ਹੈ ਤੇ ਉਸ ਖੁਦਾ ਤੇ ਹਿੰਦੂਆਂ ਦਾ ਕੋਈ ਹੱਕ ਨਹੀਂ। ਜਿਵੇਂ ਕਬੀਰ ਜੀ ਕਹਿੰਦੇ ਅੱਲਾਹ ਏਕ ਮਸੀਤ ਬਸਤ ਹੈ, ਅਵਰ ਮੁਲਕ ਕਿਸ ਕੇਰਾ। ਹੁਣ ਅੱਲਾ ਇੱਕ ਤਾਂ ਮੰਨ ਲਿਆ, ਪਰ ਨਾਲ ਇਹ ਵੀ ਮੰਨ ਲਿਆ ਵੀ ਉਹ ਇੱਕ ਅੱਲਾ ਕੇਵਲ ਮਸੀਤ 'ਚ ਹੀ ਵਸਦਾ ਹੈ, ਮੰਦਰਾਂ 'ਚ ਨਹੀਂ ਹੋ ਸਕਦਾ ਉਹ ਅੱਲਾ, ਹਿੰਦੂਆਂ 'ਚ ਨਹੀਂ ਹੋ ਸਕਦਾ। ਪਰ ਕਬੀਰ ਜੀ ਕਹਿੰਦੇ ਵੀ ਜੇ ਅੱਲਾ ਕੇਵਲ ਮਸੀਤ 'ਚ ਹੀ ਵਸਦਾ ਹੈ ਫਿਰ ਬਾਕੀ ਦੀ ਦੁਨੀਆ ਕੌਣ ਸਾਂਭ ਰਿਹਾ। ਜੇ ਬਾਕੀ ਥਾਂ ਤੇ ਹਿੰਦੂਆਂ 'ਚ ਪਰਮਾਤਮਾ ਨਹੀਂ ਵਸਦਾ ਫਿਰ ਉਹਨਾਂ ਦੇ ਸਵਾਸ ਐਵੇਂ ਹੀ ਚੱਲੀ ਜਾ ਰਹੇ ਨੇ। ਅੱਲਾਹ ਏਕ ਮਸੀਤ ਬਸਤ ਹੈ, ਅਵਰ ਮੁਲਕ ਕਿਸ ਕੇਰਾ, ਹਿੰਦੂ ਮੂਰਤ ਨਾਮ ਨਿਵਾਸੀ, ਦੋਇ ਮੈਂ ਤਤ ਨਾ ਹੇਰਾ। ਤੇ ਹਿੰਦੂ ਕਹਿੰਦੇ ਵੀ ਸਾਡਾ ਰਾਮ ਮੂਰਤੀਆਂ 'ਚ ਵਸਿਆ, ਪਰ ਮਹਾਰਾਜ ਕਹਿੰਦੇ ਇਹਨਾਂ ਦੋਨਾਂ ਧਿਰਾਂ ਦੇ ਵਿੱਚ ਹੀ ਤਤ ਨਹੀਂ ਹੈਗਾ। ਜਿਨ੍ਹਾਂ ਨੇ ਅੱਲਾ ਨੂੰ ਮਸੀਤਾਂ ਤੱਕ ਸੀਮਤ ਕਰ ਲਿਆ ਉਹ ਵੀ ਗਲਤ ਨੇ, ਜਿਨ੍ਹਾਂ ਨੇ ਰਾਮ ਨੂੰ ਮੂਰਤੀਆਂ ਤੱਕ ਸੀਮਤ ਕਰ ਲਿਆ ਉਹ ਵੀ ਗਲਤ ਨੇ। ਤੇ ਮਹਾਰਾਜ ਕਹਿੰਦੇ ਇੱਕ ਆਪਣਾ ਕਾਪੀਰਾਈਟ ਬਣਾ ਕੇ ਖੁਦਾ ਤਾਂ ਮੁਸਲਮਾਨ ਵੀ ਮੰਨੀ ਬੈਠੇ ਨੇ, ਪਰ ਜਿਹੜਾ ਖੁਦਾ ਮੈਂ ਮੰਨਦਾ ਹੈ ਉਹ ਹਰ ਥਾਂ ਤੇ ਸਮਾਇਆ ਹੈ। ਉਹ ਮਸੀਤ 'ਚ ਵੀ ਵਸਿਆ ਤੇ ਉਹ ਮੰਦਰ 'ਚ ਵੀ ਵਸਿਆ, ਉਹ ਹਿੰਦੂਆਂ 'ਚ ਵੀ ਵਸਿਆ ਤੇ ਮੁਸਲਮਾਨਾਂ 'ਚ ਵੀ ਵਸਿਆ, ਜੈਨੀਆਂ 'ਚ ਬੋਧੀਆਂ 'ਚ ਹਰ ਥਾਂ ਤੇ ਵਸਿਆ ਹੋਇਆ। ਤੇ ਇੱਥੇ ਇੱਕ ਖੁਦਾ ਨੂੰ ਖੰਡਨ ਨਹੀਂ ਕੀਤਾ, ਕਿਹੜੀ ਚੀਜ਼ ਖੰਡਨ ਕੀਤੀ ਆ ਵੀ ਜੇ ਇੱਕ ਖੁਦਾ ਨੂੰ ਇੱਕ ਥਾਂ ਤੱਕ ਸੀਮਤ ਕਰ ਲਈਏ ਵੀ ਆਪਣਾ ਕਾਪੀਰਾਈਟ ਬਣਾ ਕੇ ਤਾਂ ਉਹਨਾਂ ਨੇ ਵੀ ਮੰਨ ਲਿਆ। ਪਰ ਮਹਾਰਾਜ ਕਹਿੰਦੇ ਕਬੀਰ ਕਾ ਸੁਆਮੀ ਰਹਿਆ ਸਮਾਏ। ਸਮਾਏ ਸ਼ਬਦ ਆਪਣੇ ਆਪ ਹੀ ਸਪਸ਼ਟ ਕਰ ਰਿਹਾ ਹੈ ਕਿ ਇੱਥੇ ਦੋ ਹਸਤੀਆਂ ਦੀ ਗੱਲ ਹੋ ਰਹੀ ਹੈ, ਕਿਉਂਕਿ ਸਮਾਏ ਸ਼ਬਦ ਤੋਂ ਇੱਥੋਂ ਨਿਕਲਦਾ ਹੀ ਨਹੀਂ ਭਾਵ ਵੀ ਕੁਦਰਤ ਨੂੰ ਰੱਬ ਮੰਨਿਆ। ਸਮਾਏ ਦੇ ਅਰਥ ਪੜ੍ਹ ਕੇ ਕਦੀ ਵੀ ਦੇਖ ਲਿਓ ਤੁਸੀਂ। ਦੇਖੋ ਆਪਾਂ ਅਕਸਰ ਇੱਕ ਗੱਲ ਕਹਿੰਦੇ ਆ ਪਾਣੀ ਦੀ ਬੂੰਦ ਡਿੱਗੀ ਤੇ ਮਿੱਟੀ ਵਿੱਚ ਸਮਾ ਗਈ। ਹੁਣ ਮਿੱਟੀ ਵਿੱਚ ਤਾਂ ਸਮਾਈ ਜੇ ਪਾਣੀ ਦੀ ਆਪਣੀ ਹਸਤੀ ਹੈ ਤੇ ਮਿੱਟੀ ਦੀ ਆਪਣੀ ਹਸਤੀ ਹੈ, ਤਾਂ ਹੀ ਕਿਹਾ ਨਾ। ਹੁਣ ਪਾਣੀ ਮਿੱਟੀ ਵਿੱਚ ਸਮਾ ਗਿਆ, ਪਰ ਮਿੱਟੀ ਵਿੱਚ ਸਮਾ ਕੇ ਵੀ ਪਾਣੀ ਆਪਣੀ ਹਸਤੀ ਵਾਲਾ ਹੈ। ਆਪਾਂ ਇਹ ਨਹੀਂ ਕਹਿ ਸਕਦੇ ਵੀ ਹੁਣ ਮਿੱਟੀ ਪਾਣੀ ਹੋ ਗਿਆ, ਪਾਣੀ ਨਾਮ ਦੀ ਕੋਈ ਚੀਜ਼ ਹੀ ਨਹੀਂ ਹੈਗੀ, ਇਸ ਤਰ੍ਹਾਂ ਨਹੀਂ ਕਹਿ ਸਕਦੇ। ਮੈਂ ਇੱਕ ਹੋਰ ਉਦਾਹਰਨ ਲਵਾਂ, ਆ ਤੁਸੀਂ ਦੇਖ ਲਓ ਲਾਈਟ ਹਰ ਥਾਂ ਤੇ ਸਮਾਈ ਹੋਈ ਆ ਨਾ ਜੀ, એનર્ਜੀ ਬਣ ਕੇ ਸਾਡੇ 'ਚ ਵੀ ਸਮਾਈ ਹੈ, એનર્ਜੀ ਬਣ ਕੇ ਫੁੱਲ ਪੌਦਿਆਂ 'ਚ ਵੀ ਸਮਾਈ। ਆਪਾਂ ਸਾਰੇ ਜਾਣਦੇ ਸਾਇੰਸ ਦਾ ਕਨਸੈਪਟ ਕਿ ਅਸੀਂ ਲਾਈਟ એનર્ਜੀ ਵੀ ਲੈਂਦੇ ਆ, ਪੌਦੇ ਲਾਈਟ એનર્ਜੀ ਤੋਂ ਆਪਣਾ ਭੋਜਨ ਬਣਾਉਂਦੇ ਨੇ। ਤੋ ਲਾਈਟ એનર્ਜੀ ਬਣ ਕੇ ਹਰ ਥਾਂ ਤੇ ਸਮਾਈਏ ਤੇ ਉਹ ਮੂਰਖ ਹੋਵੇਗਾ ਜਿਹੜਾ ਇਹ ਕਵੇ ਵੀ ਹੁਣ ਮੈਂ ਹੀ ਲਾਈਟ ਹੋ ਗਿਆ, ਲਾਈਟ ਨਾਮ ਦੀ ਕੋਈ ਚੀਜ਼ ਹੀ ਨਹੀਂ ਹੈਗੀ ਕਿਉਂਕਿ ਮੇਰੇ 'ਚ ਸਮਾ ਗਈ ਹੈ। ਲਾਈਟ ਸਾਡੇ ਵਿੱਚ ਸਮਾਈ ਹੈ, ਇੱਥੋਂ ਸਪਸ਼ਟ ਹੁੰਦਾ ਹੈ ਭਾਵੇਂ ਲਾਈਟ એનર્ਜੀ ਬਣ ਕੇ ਸਾਡੇ 'ਚ ਸਮਾਈ ਹੈ ਪਰ ਲਾਈਟ ਦੀ ਆਪਣੀ ਹਸਤੀ ਵੀ ਹੈ। ਹੁਣ ਪਾਣੀ ਮੱਛੀ ਦੇ ਵਿੱਚ ਹੈ, ਮੱਛੀ ਦੇ ਵਿੱਚ ਹੋ ਕੇ ਵੀ ਪਾਣੀ ਆਪਣੀ ਹਸਤੀ ਰੱਖਦਾ ਹੈ। ਆਪਾਂ ਇਹ ਨਹੀਂ ਕਹਿ ਸਕਦੇ ਵੀ ਮੱਛੀ ਪਾਣੀ ਹੋ ਗਈ, ਪਾਣੀ ਨੂੰ ਮੰਨਦੇ ਹੀ ਨਹੀਂ ਅਸੀਂ। ਹਵਾ ਸਾਡੇ 'ਚ ਸਮਾਈ ਆ, ਹੁਣ ਦੇਖ ਲਓ ਹਵਾ ਬਾਹਰ ਵੀ ਆ ਸਾਡੇ ਅੰਦਰ ਵੀ ਆ, ਤੇ ਆਪਾਂ ਕਦੀ ਕਿਹਾ ਵੀ ਹੁਣ ਮੈਂ ਹੀ ਹਵਾ ਹੋ ਗਿਆ, ਹਵਾ ਨਾਮ ਦੀ ਕੋਈ ਚੀਜ਼ ਹੀ ਨਹੀਂ, ਸਰੀਰ ਹੀ ਹਵਾ ਹੋ ਗਿਆ, ਇੰਜ ਕਿਹਾ ਕਦੀ? ਹਵਾ ਭਾਵੇਂ ਸਾਡੇ ਵਿੱਚ ਮੌਜੂਦ ਹੈ ਪਰ ਸਾਡੇ 'ਚ ਹੋ ਕੇ ਵੀ ਹਵਾ ਆਪਣੀ ਹਸਤੀ ਰੱਖਦੀ ਹੈ। ਇਸੇ ਤਰ੍ਹਾਂ ਪਰਮਾਤਮਾ ਕੁਦਰਤ ਦੇ ਵਿੱਚ ਸਮਾਇਆ ਹੈ ਪਰ ਕੁਦਰਤ ਵਿੱਚ ਹੋ ਕੇ ਵੀ ਪਰਮਾਤਮਾ ਆਪਣੀ ਹਸਤੀ ਰੱਖਦਾ ਹੈ। ਇਹ ਗੱਲ ਧਿਆਨ ਦਈਏ ਸਾਧ ਸੰਗਤ ਕਿ ਭਾਵੇਂ ਕੁਦਰਤ ਦੇ ਵਿੱਚ ਰਮਿਆ ਹੋਇਆ ਜਿਵੇਂ ਪਾਣੀ ਮੱਛੀ ਵਿੱਚ ਹੈ, ਮੱਛੀ ਵਿੱਚ ਹੋ ਕੇ ਆਪਣੀ ਹਸਤੀ ਰੱਖਦਾ ਹੈ। ਅਸੀਂ ਇਹ ਨਹੀਂ ਕਹਿੰਦੇ ਵੀ ਕਿਉਂਕਿ ਅਸੀਂ ਕੱਟਣ ਲਈ ਨਾ ਫਿਰ ਇਹ ਕਹਿ ਦਿੰਦੇ ਆ ਵੀ ਇਹ ਪਖੰਡੀਆਂ ਨੇ ਤਾਂ ਰੱਬ ਨੂੰ ਪਾਸੇ ਮੰਨ ਲਿਆ ਵੀ ਕਿਤੇ ਦੂਰ ਬੈਠਾ ਹੈ। ਗੁਰਮਤਿ ਇਹ ਵੀ ਨਹੀਂ ਮੰਨਦੀ, ਗੁਰਮਤਿ ਨਹੀਂ ਕਹਿੰਦੀ ਵੀ ਰੱਬ ਕੁਦਰਤ ਤੋਂ ਦੂਰ ਬੈਠਾ ਹੈ, ਬੈਠਾ ਕੁਦਰਤ ਵਿੱਚ ਹੀ ਹੈ, ਕੁਦਰਤ ਕਰਕੇ ਵਸਿਆ ਸੋਏ, ਬੈਠਾ ਕੁਦਰਤ ਵਿੱਚ ਹੀ ਹੈ ਪਰ ਕੁਦਰਤ ਵਿੱਚ ਹੋ ਕੇ ਵੀ ਆਪਣੀ ਹਸਤੀ ਰੱਖਦਾ ਹੈ। ਜਿਵੇਂ ਹਵਾ ਸਾਡੇ 'ਚ ਹੋ ਕੇ ਵੀ ਆਪਣੀ ਹਸਤੀ ਰੱਖਦੀ ਹੈ, ਪਰਮਾਤਮਾ ਕੁਦਰਤ ਵਿੱਚ ਹੋ ਕੇ ਵੀ ਆਪਣੀ ਹਸਤੀ ਰੱਖਦਾ ਹੈ।
ਚਲੋ ਫਿਰ ਇਹਨਾਂ ਨੂੰ ਇਹਨਾਂ ਗੱਲਾਂ ਦੀਆਂ ਦਲੀਲਾਂ ਨਹੀਂ ਆਈਆਂ। ਫਿਰ ਇਹਨਾਂ ਨੇ ਇੱਕ ਅਗਲੇ ਸਟੈਪ ਤੇ ਆਏ। ਇਹ ਫਿਰ ਅੱਗੇ ਇਹਨਾਂ ਨੇ ਆਪਦਾ ਨਵਾਂ ਕਨਸੈਪਟ ਕੱਢਿਆ ਕਿ ਅਸੀਂ ਨਹੀਂ ਕਹਿੰਦੇ ਕੁਦਰਤ ਹੀ ਰੱਬ ਹੈ ਜੀ। ਫਿਰ ਕਹਿਣ ਲੱਗੇ ਵੀ ਨਿਯਮ ਰੱਬ ਹੈ, ਕਿਉਂਕਿ ਨਿਯਮ ਦੇ ਜ਼ਰੀਏ ਕੁਦਰਤ ਚੱਲ ਰਹੀ ਹੈ, ਨਿਯਮ ਤੋਂ ਕੁਦਰਤ ਪਸਰਦੀ ਹੈ, ਇਸ ਕਰਕੇ ਨਿਯਮ ਰੱਬ ਹੈ। ਫਿਰ ਨਿਯਮ ਨੂੰ ਰੱਬ ਕਹਿਣਾ ਸ਼ੁਰੂ ਕਰ ਦਿੱਤਾ ਤੇ ਫਿਰ ਗੁਰੂ ਨਾਨਕ ਦੇ ਮੋਢੇ ਤੇ ਰੱਖ ਕੇ ਹੀ ਚਲਾ ਰਹੇ ਨੇ ਵੀ ਗੁਰੂ ਨਾਨਕ ਕਹਿੰਦੇ ਨੇ। ਆਓ ਗੁਰੂ ਨਾਨਕ ਦਾ ਹੀ ਬਚਨ ਪੜ੍ਹ ਲੈਂਦੇ ਆ, ਜਿੱਥੇ ਸਤਿਗੁਰੂ ਜੀ ਨੇ ਇਹ ਸਪਸ਼ਟ ਕੀਤਾ ਹੈ ਕਿ ਨਿਯਮ ਰੱਬ ਨਹੀਂ। ਆਪਾਂ ਜਪਜੀ ਸਾਹਿਬ ਦੇ ਵਿੱਚ ਇੱਕ ਬਚਨ ਪੜ੍ਹਦੇ ਆ ਮਹਾਰਾਜ ਦਾ, ਹੁਕਮ ਚਲਾਏ ਰਾਹੋ। ਚਲਾਏ ਰਾਹੋ ਤੋਂ ਭਾਵ ਸੰਸਾਰ ਚਲਾ ਰਿਹਾ ਹੈ। ਇੱਥੇ ਸੰਸਾਰ ਦੀ ਗੱਲ ਹੋ ਗਈ ਤੇ ਕਿਵੇਂ ਚਲਾ ਰਿਹਾ ਹੈ? ਹੁਕਮ ਦੇ ਜ਼ਰੀਏ। ਹੁਣ ਹੁਕਮ ਦੇ ਅਰਥ ਆਪਾਂ ਨਿਯਮ ਕਰਦੇ ਆ ਕਿ ਨਿਯਮ ਦੇ ਜ਼ਰੀਏ ਸੰਸਾਰ ਚਲਾਇਆ ਜਾ ਰਿਹਾ ਹੈ। ਤੇ ਨਿਯਮ ਦੇ ਜ਼ਰੀਏ ਕੌਣ ਚਲਾ ਰਿਹਾ ਹੈ? ਹੁਕਮੀ। ਹੁਣ ਇੱਥੇ ਦੇਖੋ ਹੁਕਮ ਤੇ ਹੁਕਮੀ ਦੋ ਸ਼ਬਦ ਵਰਤੇ ਨੇ। ਹੁਕਮ ਨੂੰ ਕੰਟਰੋਲ ਕਰਨ ਵਾਲਾ ਹੁਕਮੀ, ਹੁਕਮ ਨੂੰ ਬਣਾਉਣ ਵਾਲਾ ਹੁਕਮੀ, ਹੁਕਮ ਨੂੰ ਚਲਾਉਣ ਵਾਲਾ ਹੁਕਮੀ। ਹੁਣ ਦੇਖੋ ਇੱਥੋਂ ਹੁਕਮੀ ਨੂੰ ਰੱਦ ਨਹੀਂ ਕੀਤਾ ਜਾ ਸਕਦਾ। ਮਹਾਰਾਜ ਨੇ ਸਪਸ਼ਟ ਕਿਹਾ ਹੈ। ਮਹਾਰਾਜ ਕਹਿੰਦੇ ਹੁਕਮੀ, ਉਹ ਹੁਕਮੀ ਪਰਮਾਤਮਾ ਹੁਕਮ ਚਲਾਏ ਰਾਓ। ਨਿਯਮ ਤਾਂ ਇੱਕ ਜ਼ਰੀਆ ਹੈ ਕੁਦਰਤ ਨੂੰ ਚਲਾਉਣ ਦਾ। ਅਸੀਂ ਜ਼ਰੀਆ ਗੁਰੂ ਨੂੰ ਕਹਿਣ ਲੱਗੇ, ਨਿਯਮ ਜ਼ਰੀਆ ਹੈ ਕੁਦਰਤ ਨੂੰ ਚਲਾਉਣ ਦਾ। ਮਹਾਰਾਜ ਕਹਿੰਦੇ ਉਹ ਪਰਮਾਤਮਾ ਨਿਯਮ ਦੇ ਜ਼ਰੀਏ ਸੰਸਾਰ ਨੂੰ ਚਲਾ ਰਿਹਾ ਹੈ। ਹੁਕਮੀ ਹੁਕਮ ਚਲਾਏ ਰਾਓ। ਮੰਨ ਲਓ ਹੁਣ ਸੜਕ ਤੇ ਚੱਲਣ ਦਾ ਨਿਯਮ ਆ ਜੀ, ਸੜਕ ਚਲਾਉਣੀ ਆ ਤੇ ਨਿਯਮ ਬਣਾ ਦਿੱਤਾ ਗਿਆ ਵੀ ਇੱਧਰ ਨੂੰ ਜਾਣ ਵਾਲੇ ਖੱਬੇ, ਇੱਧਰ ਨੂੰ ਜਾਣ ਵਾਲੇ ਸੱਜੇ। ਚਲੋ ਭਾਰਤ ਦਾ ਨਿਯਮ ਹੈ, ਹੋਰਲਾਂ ਦੇਸ਼ਾਂ ਵਿੱਚ ਕਿਸੇ ਹੋਰ ਢੰਗ ਦਾ ਨਿਯਮ ਬਣਿਆ ਹੋਵੇਗਾ। ਨਿਯਮ ਬਣ ਗਿਆ ਇੱਕ ਕਿ ਸੱਜੇ ਚੱਲਣਾ ਹੈ, ਕਿਸੇ ਨੇ ਖੱਬੇ ਚੱਲਣਾ, ਆਉਂਦਾ ਹੈ ਤੇ ਸੱਜੇ, ਜਾਂਦਾ ਹੈ ਤੇ ਖੱਬੇ, ਜਿਵੇਂ ਵੀ ਬਣ ਗਿਆ ਨਿਯਮ। ਤੇ ਹੁਣ ਇਹ ਨਿਯਮ ਨੂੰ ਕੰਟਰੋਲ ਕਰਨ ਵਾਲਾ ਤੇ ਬਣਾਉਣ ਵਾਲਾ ਵੀ ਹੈ ਨਾ। ਹੁਣ ਜੇ ਆਪਾਂ ਕਹੀਏ ਵੀ ਨਿਯਮ ਹੀ ਸਭ ਕੁਝ ਹੋ ਗਿਆ, ਪਰ ਹੁਣ ਜੇ ਕੋਈ ਨਿਯਮ ਨੂੰ ਕੰਟਰੋਲ ਕਰਨ ਵਾਲਾ ਨਾ ਹੋਇਆ ਤੇ ਨਿਯਮ ਮੰਨਦਾ ਕੌਣ ਹੈ? ਮੈਂ ਬੇਨਤੀ ਕਰਾਂ, ਇਹ ਹੁਕਮ ਨੂੰ ਕੰਟਰੋਲ ਕਰਨ ਵਾਲਾ ਹੁਕਮੀ ਵੀ ਹੈ। ਮਹਾਰਾਜ ਨੇ ਸਪਸ਼ਟ ਕਿਹਾ ਹੈ ਹੁਕਮੀ ਹੁਕਮ ਚਲਾਏ ਰਾਓ। ਹੁਕਮੀ ਪਰਮਾਤਮਾ ਹੁਕਮ ਦੇ ਜ਼ਰੀਏ, ਨਿਯਮ ਦੇ ਜ਼ਰੀਏ ਇਹ ਸੰਸਾਰ ਚਲਾ ਰਿਹਾ ਹੈ। ਆਸਾ ਦੀ ਵਾਰ ਦੇ ਵਿੱਚ ਇੱਕ ਹੋਰ ਬਚਨ ਪੜ੍ਹਦੇ ਆ, ਸਪਸ਼ਟ ਹੋ ਜਾਊਗਾ, ਜਿੱਥੇ ਮਹਾਰਾਜ ਨੇ ਇਹ ਵੀ ਕਿਹਾ ਵੀ ਕੁਦਰਤ ਦਾ ਮਾਲਕ ਵੀ ਕੋਈ ਹੈ ਤੇ ਉਹ ਮਾਲਕ ਫਿਰ ਹੁਕਮ ਦੇ ਜ਼ਰੀਏ ਕੁਦਰਤ ਚਲਾ ਰਿਹਾ। ਬਚਨ ਆਉਂਦਾ ਹੈ, ਕੁਦਰਤ ਦਿਸੈ ਕੁਦਰਤ ਸੁਣੀਐ, ਕੁਦਰਤ ਭਉ ਸੁਖਸਾਰ, ਕੁਦਰਤ ਪਾਤਾਲੀ ਆਕਾਸੀ, ਕੁਦਰਤ ਸਰਬ ਆਕਾਰ, ਕੁਦਰਤ ਵੇਦ ਪੁਰਾਣ ਕਤੇਬਾਂ, ਕੁਦਰਤ ਸਰਬ ਵਿਚਾਰ, ਕੁਦਰਤ ਖਾਣਾ ਪੀਣਾ ਪਹਿਨਣ, ਕੁਦਰਤ ਸਰਬ ਪਿਆਰ, ਕੁਦਰਤ ਜਾਤੀ ਜਿਨਸੀ ਰੰਗੀ, ਕੁਦਰਤ ਜੀ ਜਹਾਨ, ਕੁਦਰਤ ਨੇਕੀਆਂ ਕੁਦਰਤ ਬਦੀਆਂ, ਕੁਦਰਤ ਮਾਨ ਅਭਿਮਾਨ, ਕੁਦਰਤ ਪੌਣ ਪਾਣੀ ਬੈ ਸੰਤਰ, ਕੁਦਰਤ ਧਰਤੀ ਖਾਕ। ਹੁਣ ਦੇਖੋ ਪਹਿਲਾਂ ਕੁਦਰਤ ਨੂੰ ਡਿਫਾਈਨ ਕਰਤਾ, ਜੋ ਦੇਖ ਰਿਹਾ ਹੈ, ਜੋ ਸੁਣ ਰਿਹਾ ਹੈ, ਇਹ ਸਭ ਕੁਝ ਕੁਦਰਤ ਹੈ। ਜਿੰਨੇ ਵੀ ਧਾਰਮਿਕ ਵਿਚਾਰ, ਵੱਖ-ਵੱਖ ਕਿਸਮਾਂ ਦੀ ਵਿਚਾਰ ਹੋਣੀ, ਇਹ ਕੁਦਰਤ ਹੈ। ਜਿੰਨੇ ਵੀ ਆਕਾਰ ਨੇ, ਪਤਾਲ ਨੇ, ਆਕਾਸ਼ ਨੇ, ਜਿੰਨੇ ਵੀ ਸਟਰਕਚਰ ਨੇ, ਇਹ ਕੁਦਰਤ ਹੈ। ਵੱਖ-ਵੱਖ ਤਰ੍ਹਾਂ ਦੀਆਂ ਭਾਵਨਾਵਾਂ ਤੇ ਜਜ਼ਬੇ ਅੰਦਰ ਪੈਦਾ ਹੁੰਦੇ ਨੇ। ਕਿਸੇ ਦੇ ਅੰਦਰ ਪਿਆਰ ਵਾਲਾ ਜਜ਼ਬਾ ਪੈਦਾ ਹੁੰਦਾ ਹੈ, ਕਿਸੇ ਦੇ ਅੰਦਰ ਹੰਕਾਰ ਵਾਲੀ ਚੀਜ਼ ਪੈਦਾ ਹੋ ਜਾਂਦੀ ਹੈ। ਇਹ ਸਭ ਕੁਝ ਕੁਦਰਤ ਹੈ। ਪਰ ਅੰਤਲੀਆਂ ਤੁਕਾਂ ਵਿੱਚ ਕਹਿ ਦਿੱਤਾ ਇਹ ਸਭ ਕੁਝ ਕੁਦਰਤ, ਪਰ ਸਭ ਤੇਰੀ ਕੁਦਰਤ। ਹੁਣ ਸ਼ਬਦ ਤੇਰੀ ਕੁਦਰਤ ਵਰਤਿਆ, ਜਿੱਥੇ ਤੇਰੀ ਸ਼ਬਦ ਆ ਗਿਆ ਨਾ, ਮੰਨ ਲਓ ਹੁਣ ਕਵੇ ਵੀ ਇਹ ਤੇਰਾ ਘਰ, ਜਿੱਥੇ ਤੇਰਾ ਘਰ ਆ ਗਿਆ ਨਾ ਜੀ, ਉਹਦਾ ਮਤਲਬ ਕੀ ਹੋਇਆ ਵੀ ਘਰ ਤੇ ਘਰ ਦਾ ਮਾਲਕ ਦੋ ਚੀਜ਼ਾਂ ਨੇ। ਜਿੱਥੇ ਤੇਰੀ ਕੁਦਰਤ ਆ ਗਿਆ, ਮਤਲਬ ਕੁਦਰਤ ਤੇ ਕੁਦਰਤ ਦਾ ਮਾਲਕ ਦੋ ਹਸਤੀਆਂ ਨੇ। ਪਰ ਅਚਰਜ ਇਹ ਆ ਵੀ ਕੁਦਰਤ ਦਾ ਮਾਲਕ ਸਮਾਇਆ ਕੁਦਰਤ ਵਿੱਚ ਹੀ ਹੋਇਆ ਹੈ। ਸਭ ਤੇਰੀ ਕੁਦਰਤ, ਤੂੰ ਕਾਦਰ ਕਰਤਾ, ਤੂੰ ਇਸ ਕੁਦਰਤ ਨੂੰ ਬਣਾਉਣ ਵਾਲਾ ਹੈ। ਪਾਕੀ ਨਾਈ ਪਾਕ ਤੇ ਆਖਰੀ ਤੁਕ ਨਾਨਕ ਹੁਕਮੈ ਅੰਦਰ ਵੇਖੈ। ਹੁਣ ਫਿਰ ਉਹ ਪਰਮਾਤਮਾ ਜਿਹੜਾ ਏ ਨਿਯਮ ਦੇ ਜ਼ਰੀਏ ਫਿਰ ਇਸ ਕੁਦਰਤ ਦੀ ਸੰਭਾਲ ਕਰ ਰਿਹਾ, ਹੁਕਮ ਦੇ ਜ਼ਰੀਏ, ਨਿਯਮ ਦੇ ਜ਼ਰੀਏ। ਨਾਨਕ ਹੁਕਮੈ ਅੰਦਰ ਵੇਖੈ ਵਰਤੈ ਤਾਕੋ ਤਾਕ। ਤੋਂ ਇੱਥੋਂ ਇਹ ਸਪਸ਼ਟ ਹੁੰਦਾ ਹੈ ਹੁਕਮੀ ਪਰਮਾਤਮਾ ਹੈ, ਹੁਕਮ ਨਿਯਮ, ਤੇ ਉਹ ਹੁਕਮੀ ਨਿਯਮ ਦੇ ਜ਼ਰੀਏ ਇਸ ਕੁਦਰਤ ਨੂੰ, ਇਸ ਸੰਸਾਰ ਨੂੰ ਚਲਾ ਰਿਹਾ ਹੈ। ਕੁਦਰਤ ਰੱਬ ਨਹੀਂ, ਨਿਯਮ ਰੱਬ ਨਹੀਂ। ਨਿਯਮ ਨੂੰ ਕੰਟਰੋਲ ਕਰਨ ਵਾਲਾ ਤੇ ਨਿਯਮ ਦੇ ਜ਼ਰੀਏ ਕੁਦਰਤ ਨੂੰ ਚਲਾਉਣ ਵਾਲਾ ਉਹ ਹੁਕਮੀ ਪਰਮਾਤਮਾ ਹੈ। ਤੇ ਗੁਰੂ ਨਾਨਕ ਨੇ ਉਸ ਹਸਤੀ ਨੂੰ ਮੰਨਿਆ ਹੈ, ਪਰ ਉਹ ਹਸਤੀ ਸਮਾਈ ਕੁਦਰਤ ਵਿੱਚ ਹੀ ਹੋਈ ਹੈ। ਤੋ ਇੱਥੋਂ ਸਪਸ਼ਟ ਹੁੰਦਾ ਹੈ। ਇੱਕ ਹੋਰ ਜਿਹੜੀ ਅਸੀਂ ਨਾ ਫੋਕੀ ਜੀ ਗੱਲ ਕਰਦੇ, ਪਿੱਛੇ ਜੇ ਇੱਕ ਸੱਜਣ ਮਿਲਿਆ, ਉਹ ਕਹਿਣ ਲੱਗਾ ਵੀ ਦੇਖੋ ਜੀ ਆ ਮਾਹੌਲ ਆਇਆ ਇਹੋ ਜਿਹਾ, ਤੇ ਕਈ ਵਾਰੀ ਕੋਈ ਬਿਮਾਰ ਹੋ ਜਾਵੇ ਨਾ ਜੀ,
ਮੰਨ ਲਓ ਕੋਈ ਬਿਮਾਰ ਹੋ ਗਿਆ, ਕੋਈ ਬਿਮਾਰੀ ਲੱਗ ਗਈ ਤੇ ਠੀਕ ਤਾਂ ਉਹਨਾਂ ਨੂੰ ਡਾਕਟਰ ਕਰ ਰਿਹਾ ਦਵਾਈਆਂ ਦੇ ਕੇ, ਤੇ ਅਖੌਤੀ ਧਰਮ ਵਾਲੇ ਕ੍ਰੈਡਿਟ ਰੱਬ ਨੂੰ ਦੇ ਦਿੰਦੇ ਨੇ। ਕਹਿਣਾ ਤਾਂ ਇਹ ਚਾਹੀਦਾ ਸੀ ਵੀ ਡਾਕਟਰ ਨੇ ਠੀਕ ਕੀਤਾ, ਤੇ ਅਖੌਤੀ ਧਰਮੀ ਕਹਿੰਦੇ ਵਾਹਿਗੁਰੂ ਤੇਰਾ ਸ਼ੁਕਰ ਹੈ ਤੂੰ ਠੀਕ ਕੀਤਾ। ਉਹ ਸੱਜਣ ਇਸ ਤਰ੍ਹਾਂ ਕਹਿ ਰਿਹਾ ਸੀ। ਤੇ ਪਰ ਮੈਂ ਬੇਨਤੀ ਕਰਾਂ ਸਾਧ ਸੰਗਤ, ਅਸਲ ਦੇ ਵਿੱਚ ਹਰ ਚੀਜ਼ ਦੇ ਵਿੱਚ ਵਰਤਣ ਵਾਲਾ ਪ੍ਰਮਾਤਮਾ ਹੀ ਹੈ। ਹੁਣ ਜੇ ਕੋਈ ਕਵੇ, ਉਹਨੇ ਨਾਲ ਇੱਕ ਇਹ ਵੀ ਸ਼ਬਦ ਵਰਤਿਆ ਵੀ ਹੱਕ ਡਾਕਟਰ ਦਾ, ਉਹ ਤਾਰੀਫ ਦਾ ਹੱਕ ਡਾਕਟਰ ਦਾ ਸੀ, ਪਰ ਹੱਕ ਉਹਦਾ ਖੋ ਕੇ ਪ੍ਰਮਾਤਮਾ ਨੂੰ ਦੇ ਦਿੱਤਾ ਗਿਆ। ਇਹ ਵੀ ਤਾਂ ਕਿਸੇ ਦਾ ਹੱਕ ਖੋਣਾ ਹੈ। ਉਹਨੇ ਆ ਫੋਕੀ ਜੀ ਗੱਲ ਕੀਤੀ। ਆ ਗੁਰਬਾਣੀ ਦੇ ਵਿੱਚੋਂ ਸਮਝਦੇ ਆ, ਗੁਰਬਾਣੀ ਦੇ ਵਿੱਚ ਵੀ ਸਤਿਗੁਰੂ ਜੀ ਨੇ ਕਈ ਵਾਰ ਇੱਥੇ ਸਪਸ਼ਟ ਕੀਤਾ ਹੈ ਕਿ ਦੁਨੀਆ ਵਿੱਚ ਕੁਝ ਵੀ ਹੋ ਰਿਹਾ ਹੈ, ਕ੍ਰੈਡਿਟ ਤਾਂ ਸਤਿਗੁਰੂ ਨੇ ਪ੍ਰਮਾਤਮਾ ਨੂੰ ਹੀ ਦਿੱਤਾ ਹੈ। ਜਿਹੜੇ ਕਹਿੰਦੇ ਵੀ ਠੀਕ ਤਾਂ ਡਾਕਟਰ ਨੇ ਕੀਤਾ ਹੈ, ਪਰ ਇਹ ਗੱਲ ਯਾਦ ਰੱਖਿਓ, ਪ੍ਰਮਾਤਮਾ ਦੀ ਰਜ਼ਾ ਹੈ ਤੇ ਡਾਕਟਰ ਦੀ ਦਵਾਈ ਵੀ ਅਸਰ ਕਰੇਗੀ। ਜੇ ਪ੍ਰਮਾਤਮਾ ਦਾ ਹੁਕਮ ਹੋ ਗਿਆ ਨਾ ਵੀ ਫਲਾਣੇ ਬੰਦੇ ਦੇ ਸਵਾਸ ਖਤਮ, ਜਿਹੜੀ ਦਵਾਈ ਨਾਲ ਉਸ ਡਾਕਟਰ ਨੇ ਲੱਖਾਂ ਮਰੀਜ਼ਾਂ ਨੂੰ ਬਚਾਇਆ ਹੋਵੇ, ਉਹ ਦਵਾਈ ਵੀ ਵਰਤ ਕੇ ਦੇਖ ਲਏ। ਜੇ ਹੁਕਮ ਹੋ ਗਿਆ ਪ੍ਰਮਾਤਮਾ ਦਾ ਕਿ ਇਹਦੇ ਸਵਾਸ ਖਤਮ, ਜਿੰਨੀ ਮਰਜ਼ੀ ਦਵਾਈ ਵਰਤ ਕੇ ਦੇਖ ਲਏ, ਉਹ ਮਰੀਜ਼ ਨਹੀਂ ਬਚਣਾ। ਤੇ ਜੇ ਬਚਿਆ ਹੈ ਤੇ ਪ੍ਰਮਾਤਮਾ ਦੀ ਰਜ਼ਾ ਹੈ। ਆਓ ਗੁਰਬਾਣੀ ਦੇ ਵਿੱਚੋਂ ਦੇਖਦੇ ਹਾਂ ਇੱਕ ਇਤਿਹਾਸਕ ਹਵਾਲਾ, ਤੇ ਗੁਰਬਾਣੀ ਦੇ ਵਿੱਚ ਵੀ ਉਹ ਬਚਨ ਨੇ ਸਾਧ ਸੰਗਤ, ਤੇ ਤੁਸੀਂ ਆਪ ਅਰਥ ਪੜ੍ਹ ਲਿਓ। ਕਈ ਵਾਰੀ ਕਹਿ ਦਿੰਦੇ ਆ ਵੀ ਜੇ ਆਪ ਦੇ ਢੰਗ ਨਾਲ ਅਰਥ ਕਰਦੇ ਨੇ, ਤੁਸੀਂ ਆਪ ਅਰਥ ਵਿਚਾਰ ਕੇ ਪੜ੍ਹ ਲਿਓ ਸਾਧ ਸੰਗਤ। ਗੁਰਬਾਣੀ ਦੇ ਵਿੱਚ ਇੱਕ ਬਚਨ ਆਉਂਦਾ ਹੈ ਜਿਹਦੇ ਵਿੱਚ ਇੱਕ ਇਤਿਹਾਸਕ ਹਵਾਲਾ ਵੀ ਹੈ। ਧੰਨ ਗੁਰੂ ਅਰਜਨ ਸਾਹਿਬ ਜੀ ਦੇ ਸਾਹਿਬਜ਼ਾਦੇ ਸ੍ਰੀ ਹਰਗੋਬਿੰਦ ਸਾਹਿਬ, ਆਪਾਂ ਜਾਣਦੇ ਹਾਂ ਇਤਿਹਾਸ ਦੱਸਦਾ ਵੀ ਉਹਨਾਂ ਨੂੰ ਚੇਚਕ ਦੀ ਬਿਮਾਰੀ ਹੋ ਗਈ, ਸੀਤਲਾ ਦੀ ਬਿਮਾਰੀ ਹੋ ਗਈ। ਤੇ ਹੁਣ ਲਾਜ਼ਮੀ ਜੀ ਗੱਲ ਹੈ, ਸੁਭਾਵਿਕ ਗੱਲ ਹੈ ਵੀ ਬੜੇ ਵੈਦ ਡਾਕਟਰ ਤੇ ਹਕੀਮ ਬੁਲਾਏ ਹੋਣਗੇ, ਵੈਦਾਂ ਤੇ ਡਾਕਟਰਾਂ ਨੇ ਇਲਾਜ ਕੀਤਾ ਹੋਵੇਗਾ। ਤੇ ਆਖਰ ਤੇ ਕੀ ਹੋਇਆ, ਸ੍ਰੀ ਹਰਗੋਬਿੰਦ ਸਾਹਿਬ ਤੰਦਰੁਸਤ ਹੋ ਗਏ। ਤੇ ਜਦੋਂ ਸ੍ਰੀ ਹਰਗੋਬਿੰਦ ਸਾਹਿਬ ਤੰਦਰੁਸਤ ਹੋਏ ਤੇ ਧੰਨ ਗੁਰੂ ਅਰਜਨ ਸਾਹਿਬ ਜੀ ਨੇ ਇੱਕ ਬਚਨ ਉਚਾਰਨ ਕੀਤਾ। ਮਹਾਰਾਜ ਕਹਿੰਦੇ ਨੇਤਰ ਪ੍ਰਗਾਸ ਕੀਆ ਗੁਰਦੇਵ, ਭਰਮ ਗਏ ਪੂਰਨ ਭਈ ਸੇਵ। ਤੇ ਬਚਨ ਕੀਤਾ ਸੀਤਲਾ ਤੇ ਰੱਖਿਆ ਬਿਹਾਰੀ। ਹੁਣ ਇਹ ਨਹੀਂ ਕਿਹਾ ਵੀ ਸੀਤਲਾ ਤੋਂ ਡਾਕਟਰਾਂ ਨੇ ਬਚਾਇਆ, ਹੁਣ ਡਾਕਟਰਾਂ ਦਾ ਵੀ ਰੋਲ ਤਾਂ ਪੂਰਾ ਹੋਵੇਗਾ ਨਾ ਵਿੱਚ, ਉਹ ਤਾਂ ਜ਼ਰੀਆ ਸੀ। ਪਰ ਮਹਾਰਾਜ ਕਹਿੰਦੇ ਬਚਾਉਣ ਵਾਲਾ ਪ੍ਰਮਾਤਮਾ, ਜੇ ਉਹਦੀ ਰਜ਼ਾ ਹੋਈ ਤੇ ਤਾਂ ਹਰਗੋਬਿੰਦ ਨਵਾਂ ਨਰੋਆ ਹੋਇਆ, ਤਾਂ ਹਰਗੋਬਿੰਦ ਸਾਹਿਬ ਤੰਦਰੁਸਤ ਹੋਏ ਨੇ। ਮਹਾਰਾਜ ਕਹਿੰਦੇ ਸੀਤਲਾ ਤੇ ਰੱਖਿਆ ਬਿਹਾਰੀ, ਪਾਰ ਬ੍ਰਹਮ ਪ੍ਰਭ ਕਿਰਪਾ ਧਾਰੀ। ਉਹ ਪ੍ਰਮਾਤਮਾ ਨੇ ਕਿਰਪਾ ਕੀਤੀ ਆ ਤੇ ਤਾਂ ਬਚੇ ਨੇ। ਅਸੀਂ ਫੋਕੀਆਂ ਗੱਲਾਂ ਕਰਦੇ, ਡਾਕਟਰ ਨੇ ਬਚਾਇਆ। ਹੁਣ ਗੁਰੂ ਅਰਜਨ ਸਾਹਿਬ ਜੀ ਤਾਂ ਕਹਿ ਰਹੇ ਨੇ ਸੀਤਲਾ ਤੋਂ ਬਚਾਉਣ ਵਾਲਾ ਪ੍ਰਮਾਤਮਾ। ਕਿਵੇਂ ਉਹਦੀ ਹਸਤੀ ਨੂੰ ਰੱਦ ਕਰ ਸਕਦੇ ਆ? ਇੱਕ ਹੋਰ ਹਵਾਲਾ, ਇਹ ਵੀ ਬਚਨ ਗੁਰਬਾਣੀ ਚੋਂ ਹੀ ਆਉਂਦਾ ਹੈ, ਤੇ ਨਾਲ ਇੱਕ ਇਤਿਹਾਸਕ ਹਵਾਲਾ। ਆਪਾਂ ਜਾਣਦੇ ਹਾਂ ਸਾਧ ਸੰਗਤ, ਸੁਲਹੀ ਗੁਰੂ ਅਰਜਨ ਸਾਹਿਬ ਜੀ ਤੇ ਹਮਲਾ ਕਰਨ ਆਉਂਦਾ ਹੈ। ਸਤਿਗੁਰੂ ਜੀ ਨੂੰ ਖਬਰ ਪਹੁੰਚੀ ਤੇ ਸਿੱਖਾਂ ਨੇ ਕਿਹਾ ਸਤਿਗੁਰੂ ਸੁਲਹੀ ਹਮਲਾ ਕਰਨ ਆ ਰਿਹਾ ਹੈ, ਇੰਜ ਕਰੋ ਇੱਕ ਚਿੱਠੀ ਲਿਖ ਕੇ ਭੇਜ ਦਿਓ ਤੇ ਉਹਦੇ ਨਾਲ ਸੁਲਾਹ ਕਰ ਲਈਏ ਵੀ ਸੁਲਹੀ ਸਾਡੀ ਕੋਈ ਦੁਸ਼ਮਣੀ ਨਹੀਂ, ਤੂੰ ਹਮਲਾ ਨਾ ਕਰ। ਫਿਰ ਕਿਸੇ ਨੇ ਇਹ ਸਲਾਹ ਦਿੱਤੀ ਮਹਾਰਾਜ ਚਿੱਠੀ ਨਹੀਂ ਭੇਜਣੀ, ਇੰਜ ਕਰੋ ਕੁਝ ਬੰਦੇ ਭੇਜ ਦਿਓ, ਬੰਦੇ ਭੇਜ ਕੇ ਸ਼ਹਿਰ ਤੋਂ ਬਾਹਰ ਜਾ ਕੇ ਸੁਲਾਹ ਕਰ ਲੈਂਦੇ ਆ। ਤੇ ਤੀਜੇ ਨੇ ਕਿਹਾ ਮਹਾਰਾਜ ਜੇ ਬੰਦੇ ਵੀ ਨਹੀਂ ਭੇਜਣੇ, ਕੋਈ ਹੋਰ ਹੀਲਾ ਵਸੀਲਾ ਕਰ ਲਈਏ। ਪਰ ਮਹਾਰਾਜ ਕਹਿੰਦੇ ਨਾ ਮੈਂ ਚਿੱਠੀ ਲਿਖਣੀ ਹੈ, ਨਾ ਮੈਂ ਬੰਦੇ ਭੇਜਣੇ ਨੇ, ਨਾ ਮੈਂ ਕੋਈ ਹੋਰ ਹੀਲਾ ਵਸੀਲਾ ਕਰਨਾ ਹੈ। ਇੱਕ ਹੀਲਾ ਮੈਂ ਕਰ ਲਿਆ, ਉਹ ਕੀ, ਮੈਂ ਤਾਂ ਪ੍ਰਮਾਤਮਾ ਦੇ ਚਰਨਾਂ ਦੀ ਟੇਕ ਲੈ ਰਿਹਾ ਬਸ। ਗੁਰਬਾਣੀ ਦੇ ਵਿੱਚ ਵੀ ਬਚਨ ਆਉਂਦਾ ਹੈ, ਪ੍ਰਥਮੇ ਮਤਾ ਜੇ ਪੱਤਰੀ ਚਲਾऊं, द्वितीय मता दोय मानुख पहुँचाऊं, तृतीय मता किश करूं उपाया, मैं सब किश छोड़ प्रभ तू ही ते आया। महाराज कहते मैं तो सब कुछ छड्ड परमात्मा नूं ध्याना कीता। ते फिर नतीजा की होया, सुलही मारिया गया। किवें मारिया गया आपां सारे जानते हैं कि जदों प्रिथी चंद दे पिंडों सुलही फौज लैके चढ़न लगा सी ते फिर प्रिथी चंद दे कहण ते प्रिथी चंद दा आवा देखण चला गया, इट्टां दा आवा। ਜਦੋਂ ਉੱਥੇ ਗਿਆ ਘੋੜਾ ਤਰਬਕਿਆ ਤੇ ਘੋੜੇ ਸਣੇ ਸੁਲਹੀ ਅੱਗ ਦੇ ਆਵੇ ਵਿੱਚ ਡਿੱਗ ਪਿਆ ਤੇ ਘੋੜੇ ਸਣੇ ਸੁਲਹੀ ਸੜ ਕੇ ਖਾਕ ਹੋ ਗਿਆ। ਇਹ ਖਬਰ ਸਤਿਗੁਰਾਂ ਤੱਕ ਪਹੁੰਚੀ ਤੇ ਸਤਿਗੁਰਾਂ ਨੇ ਇਹ ਨਹੀਂ ਕਿਹਾ ਵੀ ਸੁਲਹੀ ਤੋਂ ਅੱਗ ਨੇ ਬਚਾਇਆ। ਹੁਣ ਦੇਖਿਆ ਜਾਵੇ ਤੇ ਸੜਿਆ ਤਾਂ ਅੱਗ 'ਚ, ਸੜਿਆ ਤਾਂ ਆਵੇ 'ਚ, ਪਰ ਮਹਾਰਾਜ ਨੇ ਕੀ ਬਚਨ ਵਰਤਿਆ, ਸੁਲਹੀ ਤੇ ਨਾਰਾਇਣ ਰਾਖ, ਸੁਲਹੀ ਕਾ ਹਾਥ ਕਹੀ ਨਾ ਪਹੁੰਚੇ, ਸੁਲਹੀ ਹੋਏ ਮੁਆ ਨਾ ਪਾਕ। ਮਹਾਰਾਜ ਨੇ ਇਹ ਨਹੀਂ ਕਿਹਾ ਵੀ ਸੁਲਹੀ ਤੋਂ ਅੱਗ ਨੇ ਬਚਾਇਆ। ਅੱਜ ਦੇ ਸਾਡੇ ਕਈ ਸੱਜਣ ਹੁੰਦੇ, ਉਹਨਾਂ ਨੇ ਕਹਿ ਦੇਣਾ ਸੀ ਵੀ ਲੈ ਬਚਾਇਆ ਤਾਂ ਅੱਗ ਨੇ, ਐਵੇਂ ਕ੍ਰੈਡਿਟ ਰੱਬ ਨੂੰ।
ਪਰ ਮਹਾਰਾਜ ਕਹਿ ਰਹੇ ਨੇ ਸੁਲਹੀ ਤੋਂ ਅੱਗ ਨੇ ਨਹੀਂ ਬਚਾਇਆ, ਸੁਲਹੀ ਤੇ ਨਾਰਾਇਣ ਰਾਖ, ਸੁਲਹੀ ਕਾ ਹਾਥ ਕਹੀਂ ਨਾ ਪਹੁੰਚੇ, ਸੁਲਹੀ ਹੋਏ ਮੁਆ ਨਾ ਪਾਕ, ਕਾਢ ਕੁਠਾਰ ਖਸਮ ਸਿਰ ਕਾਟਿਆ। ਉਸ ਪਰਮਾਤਮਾ ਨੇ ਮੌਤ ਰੂਪੀ ਕੁਠਾਰ ਦੇ ਨਾਲ ਸੁਲਹੀ ਨੂੰ ਖਤਮ ਕਰ ਦਿੱਤਾ। ਕਾਢ ਕੁਠਾਰ ਖਸਮ ਸਿਰ ਕਾਟਿਆ, ਖਿਨਮੈ ਹੋਏ ਗਿਆ ਹੈ ਖਾਕ, ਮੰਦਾ ਚਿਤਵਤ ਚਿਤਵਤ ਪਚਿਆ, ਜਿਨ ਰਚਿਆ ਤਿਨ ਦੀਨਾ ਧਾਕ, ਪੁੱਤਰ ਮੀਤ ਧਨ ਕਿਛੂ ਨਾ ਰਹੇ ਉਸ, ਛੋੜ ਗਿਆ ਸਭ ਭਾਈ ਸਾਕ, ਕਹੋ ਨਾਨਕ ਤਿਸ ਪ੍ਰਭ ਬਲਿਹਾਰੀ, ਜਿਨ ਜਨ ਕਾ ਕੀਨੋ ਪੂਰਨ ਵਾਕ। ਮੈਂ ਅੱਗ ਤੋਂ ਬਲਿਹਾਰੀ ਨਹੀਂ ਜਾਂਦਾ, ਮੈਂ ਤਾਂ ਪਰਮਾਤਮਾ ਤੋਂ ਬਲਿਹਾਰੀ ਜਾਣਾ, ਜਿਨੇ ਜਨ ਦਾ ਇਹ ਬਚਨ ਪੂਰਾ ਕਰ ਦਿੱਤਾ ਵੀ ਸੁਲੀ ਸਾਡਾ ਵਾਲ ਵੀ ਵਿੰਗਾ ਨਹੀਂ ਕਰ ਸਕਦਾ। ਹੁਣ ਦੇਖੋ ਕ੍ਰੈਡਿਟ ਪ੍ਰਮਾਤਮਾ ਨੂੰ ਦਿੱਤਾ ਜਾ ਰਿਹਾ ਹੈ। ਤੋ ਗੁਰਬਾਣੀ ਦੇ ਵਿੱਚ ਜਿੱਥੇ ਮਰਜ਼ੀ ਹੁਕਮਨਾਮਾ ਲੈ ਕੇ ਸ਼ਬਦ ਪੜ੍ਹ ਲਓ, ਸਪਸ਼ਟ ਇਹੀ ਹੋਵੇਗਾ ਕਿ ਸਤਿਗੁਰੂ ਨੇ ਪ੍ਰਮਾਤਮਾ ਦੀ ਹੋਂਦ ਨੂੰ ਮੰਨਿਆ ਹੈ, ਪਰ ਉਹ ਜਿਹੜੀ ਹੋਂਦ ਹੈ ਮੰਨਿਆ ਇਹ ਆ ਵੀ ਸਮਾਈ ਕੁਦਰਤ ਵਿੱਚ ਹੀ ਹੋਈ ਹੈ, ਪਰ ਕੁਦਰਤ ਵਿੱਚ ਸਮਾ ਕੇ ਵੀ ਉਹ ਆਪਣੀ ਹਸਤੀ ਰੱਖਦਾ ਹੈ। ਤੋ ਬਚਨ ਆਪਾਂ ਵਿਚਾਰ ਰਹੇ ਸੀ, ਸਾਧੋ ਰਚਨਾ ਰਾਮ ਬਣਾਈ, ਰਚਨਾ ਵੀ ਹੈ ਤੇ ਬਣਾਉਣ ਵਾਲੇ ਦਾ ਵੀ ਜ਼ਿਕਰ ਕੀਤਾ ਹੈ। ਇਹ ਜਿੰਨੀ ਵੀ ਰਚਨਾ ਹੈ ਉਸ ਪਰਮਾਤਮਾ ਨੇ ਬਣਾਈ ਹੈ। ਇੱਕ ਦੋ ਬੇਨਤੀਆਂ ਕਰਕੇ ਫਿਰ ਆਪਾਂ ਅਗਲੀ ਤੁਕ ਦੀ ਵਿਚਾਰ ਕਰਾਂਗੇ। ਦੇਖੋ ਸਾਧ ਸੰਗਤ, ਉਸ ਰਮੇ ਹੋਏ ਪਰਮਾਤਮਾ ਨੇ ਜਿਹੜੀ ਇਹ ਰਚਨਾ ਬਣਾਈ ਤੇ ਇੰਨੀ ਕਮਾਲ ਦੀ ਰਚਨਾ ਵੀ ਅੰਦਰ ਵਿਸਮਾਦ ਆ ਜਾਂਦਾ ਹੈ। ਜਿਵੇਂ ਆਪਾਂ ਬਚਨ ਵਿਚਾਰ ਰਹੇ ਸੀ ਨਾ ਵੀ ਏਕਸ ਤੇ ਸਭ ਰੂਪ ਹੈ ਰੰਗਾ, ਪੌਣ ਪਾਣੀ ਬੈ ਸੰਤਰ ਸਭ ਸਹਿ ਲੰਗਾ, ਭਿੰਨ ਭਿੰਨ ਵੇਖੈ ਹਰ ਪ੍ਰਭ ਰੰਗਾ, ਏਕ ਅਚਰਜ ਏਕੋ ਹੈ ਸੋਈ। ਅਚਰਜ ਦੀ ਗੱਲ, ਹੈਰਾਨੀ ਦੀ ਗੱਲ, ਬਣਾਉਣ ਵਾਲਾ ਇੱਕ ਤੇ ਇੱਕ ਹੋਣ ਦੇ ਬਾਵਜੂਦ ਵੀ ਹਰ ਥਾਂ ਤੇ ਸਮਾਇਆ ਹੋਇਆ। ਤੇ ਇਸ ਤੋਂ ਹੈਰਾਨੀ ਦੀ ਗੱਲ, ਮੇਰਾ ਪ੍ਰਭ ਸਾਚੇ ਇੱਕ ਖੇਲ ਰਚਾਇਆ, ਕੋਈ ਨਾ ਕਿਸੇ ਹੀ ਜਿਹਾ ਉਪਾਇਆ। ਕਮਾਲ ਦੀ ਰਚਨਾ ਕਿ ਏਡੀ ਵੱਡੀ ਰਚਨਾ, ਪਰ ਮਹਾਰਾਜ ਨੇ ਇੱਕ ਵੀ ਚੀਜ਼ ਦੂਜੀ ਚੀਜ਼ ਨਾਲ ਕਾਪੀ ਨਹੀਂ ਕੀਤੀ। ਮਹਾਰਾਜ ਕਹਿੰਦੇ ਮੇਰਾ ਪ੍ਰਭ ਸੱਚ ਹੈ ਇੱਕ ਖੇਲ ਰਚਾਇਆ, ਕੋਈ ਨਾ ਕਿਸੇ ਹੀ ਜਿਹਾ ਉਪਾਇਆ। ਹਰ ਬੰਦੇ 'ਚ ਕੋਈ ਨਾ ਕੋਈ ਭਿੰਨਤਾ ਦਿੱਤੀ ਹੈ। ਕਿਸੇ ਦਾ ਸ਼ਕਲ ਵੱਖਰੀ ਹੋਵੇਗੀ, ਕਿਸੇ ਦੇ ਨੈਣ ਨਕਸ਼ ਵੱਖਰੇ ਹੋਣਗੇ, ਕਿਸੇ ਦਾ ਕੱਦ ਕਾਠ ਵੱਖਰਾ ਹੋਏਗਾ, ਕਿਸੇ ਦਾ ਰੰਗ ਰੂਪ ਵੱਖਰਾ ਹੋਏਗਾ, ਕਈ ਹਮ ਸ਼ਕਲ ਵੀ ਹੋਣ, ਜਾਂ ਉਹਨਾਂ ਦੇ ਵਿਚਾਰ ਵੱਖਰੇ ਹੋਣਗੇ, ਤੇ ਜਾਂ ਕੋਈ ਨਾ ਕੋਈ ਭਿੰਨਤਾ ਜ਼ਰੂਰ ਪਾਈ ਹੋਵੇਗੀ। ਸਾਡੀ ਰਿਸ਼ਤੇਦਾਰੀ 'ਚ ਦੋ ਜਾਣੇ ਹੈਗੇ ਨੇ ਜੀ, ਜੁੜਵਾ ਬੱਚੇ ਜੰਮੇ, ਬਿਲਕੁਲ ਡਿੱਟੋ ਸੇਮ ਨੇ ਇੱਕ ਦੂਜੇ ਵਾਂਗ, ਪਰ ਇੱਕ ਭਿੰਨਤਾ ਉਹਨਾਂ ਵਿੱਚ ਪਰਮਾਤਮਾ ਨੇ ਇਹ ਪਾਈ ਕਿ ਇੱਕ ਦਾ ਚਿਹਰਾ ਸਾਫ਼ ਹੈ ਤੇ ਇੱਕ ਦੇ ਚਿਹਰੇ ਤੇ ਛੋਟਾ ਜਿਹਾ ਕਾਲਾ ਨਿਸ਼ਾਨ ਹੈ। ਭਿੰਨਤਾ ਜ਼ਰੂਰ ਪਾਈ ਹੈ। ਭਾਵੇਂ ਹਮ ਸ਼ਕਲ ਵੀ ਹੋਣ, ਉਹਨਾਂ 'ਚ ਵੀ ਕੋਈ ਨਾ ਕੋਈ ਭਿੰਨਤਾ ਜ਼ਰੂਰ ਪਾਈ ਹੋਵੇਗੀ। ਕਿਸੇ ਦੀ ਤੋਰ ਵਿੱਚ ਫਰਕ ਹੈ, ਕਿਸੇ ਦੀ ਬੋਲਣੀ 'ਚ ਫਰਕ ਹੈ, ਕਿਸੇ ਦੀ ਚਾਲ ਵਿੱਚ ਫਰਕ ਹੈ। ਅਚਰਜ ਗੱਲ ਹੈ ਕਿ ਮੇਰਾ ਪ੍ਰਭ ਸੱਚ ਹੈ ਇੱਕ ਖੇਲ ਰਚਾਇਆ, ਕੋਈ ਨਾ ਕਿਸੇ ਹੀ ਜਿਹਾ ਉਪਾਇਆ। ਤੇ ਇਸ ਤੋਂ ਨਾਲ ਇੱਕ ਇਹ ਵੀ ਬੇਨਤੀ ਕਰਦਾ, ਕਿਉਂਕਿ ਜੇ ਰਚਨਾ ਦੀ ਗੱਲ ਹੋ ਰਹੀ ਹੈ ਨਾ, ਤੇ ਇਹ ਵੀ ਸਮਝ ਲਈਏ ਕਿ ਬਿਖ ਅੰਮ੍ਰਿਤ ਕਰਤਾਰ ਉਪਾਏ, ਸੰਸਾਰ ਬਿਰਖ ਕੋ ਦੋਏ ਫਲ ਲਾਏ। ਕਈ ਮੱਤਾਂ ਐਸੀਆਂ ਨੇ ਜਿਹੜੇ ਇਹ ਵਿਚਾਰ ਦਿੰਦੇ ਨੇ ਵੀ ਚੰਗਿਆਈ ਬਣਾਉਣ ਵਾਲਾ ਪਰਮਾਤਮਾ ਤੇ ਬੁਰਿਆਈ ਬਣਾਉਣ ਵਾਲਾ ਸ਼ੈਤਾਨ, ਤੇ ਇਸ ਕਰਕੇ ਪਰਮਾਤਮਾ ਨੂੰ ਪੂਜਦੇ ਨੇ ਤੇ ਸ਼ੈਤਾਨ ਨੂੰ ਉਹ ਪੱਥਰ ਵੀ ਮਾਰਦੇ ਨੇ। ਇੱਕ ਮੱਤ ਐਸੀ ਹੈ, ਪਰ ਮਹਾਰਾਜ ਨੇ ਇਸ ਵਿਚਾਰ ਨੂੰ ਸਵੀਕਾਰ ਨਹੀਂ ਕੀਤਾ। ਮਹਾਰਾਜ ਕਹਿੰਦੇ ਹਰ ਚੀਜ਼ ਬਣਾਉਣ ਵਾਲਾ ਪਰਮਾਤਮਾ ਹੈ। ਜੇ ਉਹਨੇ ਚਾਨਣ ਬਣਾਇਆ ਤੇ ਹਨੇਰਾ ਵੀ ਬਣਾਇਆ। ਹਨੇਰਾ ਬਣਾਉਣ ਦੀ ਕਿਉਂ ਲੋੜ ਪਈ? ਕਿਉਂਕਿ ਜੇ ਹਨੇਰਾ ਨਹੀਂ ਤੇ ਚਾਨਣ ਦੀ ਵੀ ਫਿਰ ਕੋਈ ਮਹਿਮਾ ਨਹੀਂ। ਚਾਨਣ ਵੀ ਚਾਨਣ ਤਾਂ ਹੈ ਜੇ ਹਨੇਰਾ ਹੈ। ਹੁਣ ਦੇਖੋ ਇਮਾਨਦਾਰੀ ਵੀ ਤਾਂ ਹੈ ਜੇ ਬੇਈਮਾਨੀ ਹੋਏਗੀ ਦੁਨੀਆ ਦੇ ਵਿੱਚ। ਜੇ ਬੇਈਮਾਨੀ ਨਹੀਂ ਫਿਰ ਤਾਂ ਇਹ ਰੋਬਟ ਹੋ ਗਏ ਅਸੀਂ, ਕਿ ਪ੍ਰਮਾਤਮਾ ਦੇ ਵੱਲੋਂ ਇੱਕ ਪ੍ਰੋਗਰਾਮ ਫਿੱਟ ਕਰ ਦਿੱਤਾ ਗਿਆ ਤੇ ਬਸ ਰੋਬਟ ਵਾਂਗੂ ਤੁਰੇ ਜਾਓ। ਨਹੀਂ, ਉਸ ਪਰਮਾਤਮਾ ਨੇ ਹਰ ਇੱਕ ਕਿਸਮ ਦੇ ਵਿਚਾਰ ਬਣਾਏ ਨੇ। ਮਹਾਰਾਜ ਕਹਿੰਦੇ ਬਿਖ ਅੰਮ੍ਰਿਤ ਕਰਤਾਰ ਉਪਾਏ। ਪਰਮਾਤਮਾ ਨੇ ਇੱਕ ਸੰਸਾਰ ਰੂਪੀ ਐਸਾ ਪੌਦਾ ਲਾਇਆ ਹੈ ਜਿੱਥੇ ਜ਼ਹਿਰ ਵੀ ਲੱਗਾ ਹੈ, ਜਿੱਥੇ ਅੰਮ੍ਰਿਤ ਵੀ ਲੱਗਾ ਹੈ। ਬਿਖ ਅੰਮ੍ਰਿਤ ਕਰਤਾਰ ਉਪਾਏ, ਸੰਸਾਰ ਬਿਰਖ ਕੋ ਦੋਏ ਫਲ ਲਾਏ। ਹੁਣ ਤੁਸੀਂ ਦੇਖੋ ਦੋਨੋਂ ਤਰ੍ਹਾਂ ਦੇ ਫਲ ਲਾਏ ਨੇ, ਬੁਰਾਈ ਹੈ ਤੇ ਚੰਗਿਆਈ ਵੀ ਹੈ, ਹਨੇਰਾ ਹੈ ਤੇ ਚਾਨਣ ਵੀ ਹੈ। ਗੁਰਬਾਣੀ ਦੇ ਵਿੱਚ ਹੀ ਪੜ੍ਹਦੇ ਆ, ਇੱਕ ਪਾਸੇ ਅਮਲ ਗਲੋਲਾ ਕੂੜ ਕਾ, ਹੁਣ ਇੱਕ ਪਾਸੇ ਤਾਂ ਵਕਾਰਾ ਰੂਪੀ, ਕੂੜ ਰੂਪੀ, ਝੂਠ ਰੂਪੀ ਅਫੀਮ ਦਾ ਗੋਲਾ ਵੀ ਟਿਕਾਇਆ, ਕਾਮ ਕ੍ਰੋਧ ਵਰਗੇ ਵਕਾਰ ਵੀ ਟਿਕਾਏ ਨੇ, ਤੇ ਇਹ ਨਹੀਂ ਵੀ ਇਹ ਸ਼ੈਤਾਨ ਨੇ ਟਿਕਾਏ ਨੇ। ਮਹਾਰਾਜ ਕਹਿੰਦੇ ਅਮਲ ਗਲੋਲਾ ਕੂੜ ਕਾ ਦਿੱਤਾ ਦੇਵਨਹਾਰ, ਉਸ ਦਾਤੇ ਪਰਮਾਤਮਾ ਨੇ ਦਿੱਤਾ। ਇਹ ਵਕਾਰ ਵੀ ਪਰਮਾਤਮਾ ਨੇ ਟਿਕਾਏ ਨੇ
ਤੇ ਨਾਮ ਵੀ ਪ੍ਰਮਾਤਮਾ ਨੇ ਟਿਕਾਇਆ। ਜੇ ਕੋਈ ਬੁਰਾ ਇਨਸਾਨ ਹੈ ਉਹ ਵੀ ਪ੍ਰਮਾਤਮਾ ਦੀ ਰਚਨਾ, ਤੇ ਹਰ ਜੁਗ ਜੁਗ ਭਗਤ ਉਪਾਇਆ, ਪੈਜ ਰੱਖਦਾ ਆਇਆ RAM ਰਾਜੇ। ਭਗਤ ਵੀ ਪ੍ਰਮਾਤਮਾ ਪੈਦਾ ਕਰਨ ਵਾਲਾ, ਰਚਨਾ RAM ਬਣਾਈਏ। ਰਚਨਾ ਦੀ ਵਿਸਮਾਦਤਾ ਹੈ ਸਾਧ ਸੰਗਤ ਕਿ ਭਿੰਨ ਭਿੰਨ ਰਚਨਾ ਹੈ। ਸਭ ਕੁਛ ਰਚਨਾ ਦੇ ਵਿੱਚ ਜੋ ਵੀ ਕੁਝ ਹੈ, ਕਾਲਾ ਗੋਰਾ ਰੰਗ, ਹਨੇਰਾ ਚਾਨਣ, ਬੁਰਾ ਚੰਗਾ, ਸਭ ਕੁਝ ਪਰਮਾਤਮਾ ਨੇ ਬਣਾਇਆ ਹੈ। ਮਹਾਰਾਜ ਕਹਿੰਦੇ ਸਾਧੋ ਰਚਨਾ RAM ਬਣਾਈ। ਇਹ ਜਿਹੜੀ ਰਚਨਾ ਹੈ ਇਹਨੂੰ ਬਣਾਉਣ ਵਾਲਾ ਰਮਿਆ ਹੋਇਆ ਪਰਮਾਤਮਾ ਹੈ। ਤੇ ਫਿਰ ਮਹਾਰਾਜ ਨੇ ਅਗਲੀ ਤੁਕ ਦੇ ਵਿੱਚ ਬਚਨ ਕੀਤਾ, ਇੱਕ ਬਿਨਸੈ ਇੱਕ ਅਸਥਿਰ ਮਨ ਹੈ, ਅਚਰਜ ਲਖਿਓ ਨਾ ਜਾਈ। ਅਚਰਜ ਲਖਿਓ ਨਾ ਜਾਈ ਕਿ ਭਾਵ ਇਹ ਵਿਸਮਾਦਤਾ, ਇਹ ਅਚਰਜਤਾ, ਇਹ ਹੈਰਾਨੀ ਵਾਲੀ ਗੱਲ ਲਖੀ ਨਹੀਂ ਜਾ ਸਕਦੀ। ਕਮਾਲ ਦੀ ਗੱਲ ਕਿ ਜਿਹੜੀ ਰਚਨਾ ਬਣਾਈ ਹੈ ਨਾ, ਕਿਉਂਕਿ ਇੱਕ ਇਹ ਗੱਲ ਸਮਝ ਲਿਓ, ਜਿਹੜੀ ਰਚਨਾ ਬਣਾਈ ਹੈ ਫਿਰ ਇਹ ਵੀ ਨਿਯਮ ਬਣਾ ਦਿੱਤਾ ਵੀ ਜੋ ਕੁਝ ਬਣਿਆ ਉਹਨੇ ਬਿਨਸਣਾ ਵੀ ਹੈ। ਰਚਨਾ RAM ਬਣਾਈ ਜ਼ਰੂਰ ਹੈ, ਪਰ ਰਚਨਾ ਕੀ ਹੈ? ਝੂਠ ਹੈ। ਜਗ ਰਚਨਾ ਸਭ ਝੂਠ ਹੈ। ਝੂਠ ਦਾ ਅਰਥ ਕੀ ਹੁੰਦਾ? ਜਿਹੜੀ ਚੀਜ਼ ਸਦੀਵੀ ਨਹੀਂ ਰਹਿ ਸਕਦੀ। ਗੁਰਬਾਣੀ ਦੇ ਵਿੱਚ ਜਦੋਂ ਸੱਚ ਸ਼ਬਦ ਵਰਤਿਆ ਗਿਆ ਹੈ, ਸੱਚ ਦਾ ਅਰਥ ਹੁੰਦਾ ਹੈ ਉਹ ਚੀਜ਼ ਜਿਹੜੀ ਸਦੀਵੀ ਰਹਿਣੀ ਹੈ, ਤੇ ਸਦੀਵੀ ਰਹਿਣ ਵਾਲਾ ਪਰਮਾਤਮਾ ਹੈ। ਇਸ ਕਰਕੇ ਸੱਚ ਸ਼ਬਦ ਪਰਮਾਤਮਾ ਲਈ ਆਇਆ। ਆਦ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਤੇ ਝੂਠ ਦਾ ਅਰਥ ਹੁੰਦਾ ਉਹ ਚੀਜ਼ ਜਿਹਨੇ ਸਦਾ ਨਹੀਂ ਰਹਿਣਾ, ਜਿਹਨੇ ਬਿਨਸ ਜਾਣਾ ਹੈ। ਤੇ ਉਹ ਝੂਠ ਸ਼ਬਦ ਫਿਰ ਜੁੜਿਆ ਜਗਤ ਦੇ ਨਾਲ, ਕਿਉਂਕਿ ਜਗਤ ਸਦੀਵੀ ਰਹਿਣ ਵਾਲਾ ਨਹੀਂ ਹੈ। ਜਗ ਰਚਨਾ ਸਭ ਝੂਠ ਹੈ, ਜਾਣ ਲਿਓ ਰੇ ਮੀਤ, ਕਹੋ ਨਾਨਕ ਥਿਰ ਨਾ ਰਹਿ, ਜਿਉਂ ਬਾਲੂ ਕੀ ਪੀਤ। ਜਿਵੇਂ ਰੇਤਾ ਦੀ ਬਣੀ ਹੋਈ ਕੰਧ ਸਦੀਵੀ ਰਹਿ ਨਹੀਂ ਸਕਦੇ, ਰੇਤਾ ਕਿਰਦਿਆਂ ਕਿਰਦਿਆਂ ਕੰਧ ਕਿਰ ਜਾਂਦੀ ਏ। ਇਹ ਜਗਤ ਰਚਨਾ ਵੀ ਝੂਠ ਹੈ, ਮਿਟਦਿਆਂ ਮਿਟਦਿਆਂ ਇਹ ਰਚਨਾ ਵੀ ਇੱਕ ਦਿਨ ਮਿਟ ਜਾਂਦੀ ਹੈ। ਜਗ ਰਚਨਾ ਸਭ ਝੂਠ ਹੈ, ਇੱਕ ਬਿਨਸ ਹੈ। ਮਹਾਰਾਜ ਕਹਿੰਦੇ ਇਹ ਵੀ ਨਿਯਮ ਆ ਵੀ ਇੱਥੇ ਆਏ ਦਿਨ ਕੋਈ ਨਾ ਕੋਈ ਬਿਨਸ ਵੀ ਰਿਹਾ ਹੈ। ਜੇ ਕੋਈ ਜੰਮਦਾ ਹੈ ਤੇ ਮਰ ਵੀ ਰਿਹਾ ਹੈ ਸਾਧ ਸੰਗਤ। ਪਰ ਕਮਾਲ ਦੀ ਗੱਲ ਕਿ ਬੰਦਾ ਆਪਣੇ ਗਵਾਂਢ ਦੇ ਵਿੱਚ ਕਿਸੇ ਨੂੰ ਮਰਦਿਆਂ ਦੇਖ ਕੇ ਵੀ ਇਹ ਭੁਲੇਖਾ ਪਾਈ ਬੈਠਾ ਵੀ ਮੈਂ ਤਾਂ ਸਦਾ ਹੀ ਰਹਿਣਾ, ਮੈਂ ਤਾਂ ਮਰਨਾ ਹੀ ਨਹੀਂ। ਇਹੋ ਜਿਹੇ ਹੀਲੇ ਵਸੀਲੇ ਕਰਦਾ, ਇਹੋ ਜਿਹੀਆਂ ਤਿਆਰੀਆਂ ਕਰ ਰਿਹਾ ਵੀ ਜਿਵੇਂ ਮੈਂ ਰਹਿਣਾ ਹੀ ਸਦਾ ਵਾਸਤੇ ਆ। ਧਨ ਜੋੜਨ ਵਾਲੇ ਪਾਸੇ ਲੱਗਾ ਤੇ ਇੰਜ ਜੋੜਨ ਵਾਲੇ ਪਾਸੇ ਲੱਗਾ ਵੀ ਜਿਵੇਂ ਕਦੀ ਮੌਤ ਹੀ ਨਹੀਂ ਆਉਣੀ। ਮਹਾਰਾਜ ਕਹਿੰਦੇ ਕਮਾਲ ਦੀ ਗੱਲ ਕਿ ਆਸ-ਪਾਸ ਇੰਨੇ ਜੀਵ ਬਿਨਸ ਰਹੇ ਨੇ, ਮਰ ਰਹੇ ਨੇ, ਪਰ ਦੇਖ ਕੇ ਵੀ ਬੰਦੇ ਨੂੰ ਸਮਝ ਨਹੀਂ ਆ ਰਹੀ ਵੀ ਇੱਕ ਦਿਨ ਤਾਂ ਤੂੰ ਵੀ ਮਰ ਜਾਣਾ। ਇਸੇ ਕਰਕੇ ਗੁਰਬਾਣੀ ਦੇ ਵਿੱਚ ਨਾ ਜੀ ਇਹ ਵਾਰ-ਵਾਰ ਗੱਲ ਸਮਝਾਈ ਗਈ ਹੈ। ਬਾਬਾ ਫਰੀਦ ਸਾਹਿਬ ਦਾ ਬਚਨ ਨੇ, ਮਹਾਰਾਜ ਕਹਿੰਦੇ ਫਰੀਦਾ ਕੋਠੇ ਧੁੱਕਣ ਕੇਤੜਾ, ਪਿਰ ਨੀਂਦੜੀ ਨਿਵਾਰ, ਜੋ ਦੇਹ ਲੱਦੇ ਗਾਣਵੇ ਗਏ ਵਿਲਾੜ ਵਿਲਾੜ। ਮਹਾਰਾਜ ਕਹਿੰਦੇ ਜ਼ਿੰਦਗੀ ਤਾਂ ਇਸ ਤਰ੍ਹਾਂ ਹੈ ਜਿਵੇਂ ਕੋਠੇ ਤੇ ਰੇਸ ਲੱਗੀ ਹੋਵੇ। ਹੁਣ ਕੋਠੇ ਤੇ ਦੋ ਜਾਣੇ ਰੇਸ ਲਾਓ, ਕਿੰਨਾ ਕੁ ਭੱਜ ਲੈਣਗੇ? ਥੋੜਾ ਜਿਹਾ ਭੱਜਿਆ ਤੇ ਕੋਠੇ ਦੀ ਛੱਤ ਖਤਮ, ਰੇਸ ਖਤਮ। ਜਿਵੇਂ ਕੋਠੇ ਤੇ ਲੱਗੀ ਹੋਈ ਰੇਸ ਬਹੁਤਾ ਸਮਾਂ ਨਹੀਂ ਚੱਲ ਸਕਦੀ, ਇਹ ਜਗਤ ਵੀ ਇੱਕ ਰੇਸ ਹੈ, ਜ਼ਿੰਦਗੀ ਵੀ ਰੇਸ ਆ। ਸਮਾਂ ਲੰਘਿਆ ਤੇ ਸਵਾਸ ਖਤਮ, ਜ਼ਿੰਦਗੀ ਖਤਮ, ਰਚਨਾ ਬਿਨਸ ਗਈ। ਕਿਉਂਕਿ ਇਹ ਪ੍ਰਮਾਤਮਾ ਦਾ ਨਿਯਮ ਹੈ ਸਾਧ ਸੰਗਤ। ਕਿਉਂਕਿ ਕਈ ਵਾਰ ਪਸਰਿਓ ਪਾਸਾਰ, ਸਦਾ ਸਦਾ ਇੱਕ ਏਕੰਕਾਰ, ਸਦੀਵੀ ਰਹਿਣ ਵਾਲਾ ਪ੍ਰਮਾਤਮਾ ਹੈ। ਤੇ ਇਹ ਰਚਨਾ ਨੂੰ ਕਦੀ ਬਣਾ ਦਿੰਦਾ, ਕਦੀ ਢਾ ਦਿੰਦਾ, ਕਦੀ ਬਣਾ ਦਿੰਦਾ, ਕਦੀ ਢਾ ਦਿੰਦਾ। ਇਹ ਉਹਦੀ ਖੇਡ ਆ, ਇਹ ਉਹਦੀ ਮਰਜ਼ੀ ਹੈ। ਪਰ ਬੰਦਾ ਇਹ ਸਮਝ ਲਵੇ ਕਿ ਜੇ ਆਸ-ਪਾਸ ਕੋਈ ਬਿਨਸ ਰਿਹਾ ਹੈ, ਬਿਨਸ ਤੂੰ ਵੀ ਜਾਣਾ ਹੈ। ਮਹਾਰਾਜ ਕਹਿੰਦੇ ਫਰੀਦਾ ਕੋਠੇ ਧੁੱਕਣ ਕੇਤੜਾ, ਪਿਰ ਨੀਂਦੜੀ ਨਿਵਾਰ, ਜੋ ਦੇਹ ਲੱਦੇ ਗਾਣਵੇ ਗਏ ਵਿਲਾੜ ਵਿਲਾੜ। ਕੰਧੀ ਉੱਤੇ ਰੁਖੜਾ, ਕਿਚਰਕ ਬੰਨੇ ਧੀਰ, ਫਰੀਦਾ ਕੱਚੇ ਭਾਂਡੇ ਰੱਖੀਐ, ਕਿਚਰ ਤਾਈ ਨੀਰ। ਨਦੀ ਦੇ ਕੰਢੇ ਤੇ ਉੱਗਿਆ ਹੋਇਆ ਰੁੱਖ ਸਦਾ ਰਹਿ ਨਹੀਂ ਸਕਦਾ, ਇੱਕ ਦਿਨ ਪਾਣੀ ਦਾ ਵਹਾਅ ਆਉਣਾ ਹੈ ਤੇ ਉਹਨੇ ਜੜੋਂ ਪੁੱਟਿਆ ਜਾਣਾ ਹੈ। ਤੇਰਾ ਜੀਵਨ ਸਦਾ ਵਾਸਤੇ ਨਹੀਂ ਰਹਿ ਸਕਦਾ, ਮੌਤ ਦਾ ਬੁੱਲਾ ਆਉਣਾ ਹੈ ਤੇ ਤੂੰ ਵੀ ਰੁੜ ਜਾਣਾ ਹੈ, ਤੂੰ ਵੀ ਖਤਮ ਹੋ ਜਾਣਾ ਹੈ। ਤਾਂ ਹੀ ਕਬੀਰ ਸਾਹਿਬ ਨੇ ਇਹ ਯਾਦ ਦਿਵਾਇਆ ਕਿ ਭਾਈ ਜਦੋਂ ਵੀ ਕਿਸੇ ਮਰਗ ਤੇ ਜਾਵੋ ਨਾ, ਮਰੇ ਹੋਏ ਬੰਦੇ ਨੂੰ ਦੇਖ ਕੇ ਇਹ ਯਾਦ ਕਰ ਲਿਆ ਕਰ ਵੀ ਜੇ ਉਹਨਾਂ ਦੇ ਘਰ ਮੌਤ ਆਈ ਹੈ ਤੇ ਮੌਤ ਨੇ ਤੇਰਾ ਦਰਵਾਜ਼ਾ ਵੀ ਕਿਸੇ ਦਿਨ ਖੜਕਾ ਦੇਣਾ ਹੈ। ਕਬੀਰ ਸਾਹਿਬ ਦਾ ਬਚਨ ਹੁੰਦਾ ਹੈ ਨਾ, ਕਬੀਰ ਡੁੱਬੇ ਗੋਰੇ ਬਾਪਰੇ, ਬਹੁ ਲੋਗਨ ਕੀ ਕਾਨ, ਪਰ ਉसी के जो हुआ तू अपने पी जान। जो गवांढियां घर होया वो तेरे घर भी एक दिन होना है। तू किसी दी मरग ते गया है, मौत उन्हां घर आई है ते मौत ने तेरे घर भी किसी दिन पहुंच जाना है। फरीद साहब ने तो घरदियां तो ही समझा लिया। महाराज कहते फरीदा कित्थे तेरे मापियां, पड़ोसियां दी भी गल छड्ड, तू ही याद कर ला कित्थे गए तेरे माता पिता।
ਫਰੀਦ ਸਾਹਿਬ ਬਜ਼ੁਰਗ ਸਨ, ਮਾਤਾ ਪਿਤਾ ਚਲਾਣਾ ਕਰ ਗਏ ਨੇ, ਉਹ ਆਪਣੇ ਮਾਤਾ ਪਿਤਾ ਦੀ ਉਦਾਹਰਨ ਲੈ ਰਹੇ ਨੇ। ਜੇ ਕੋਈ ਜਵਾਨ ਹੈ ਤੇ ਉਹਦਾ ਮਾਤਾ ਪਿਤਾ ਹੈ, ਆਪਣੇ ਦਾਦੇ ਦਾਦੀਆਂ ਨੂੰ ਦੇਖ ਲਓ ਕਿੱਥੇ ਗਏ। ਦਾਦਾ ਦਾਦੀ ਹੈ ਤੇ ਪੜਦਾਦਾ ਪੜਦਾਦੇ ਨੂੰ ਯਾਦ ਕਰ ਲਓ। ਜਿਹੜਾ ਪੜਦਾਦਾ ਕਦੀ ਚੌਂਕੇ 'ਚ ਚੌਂਕੜਾ ਮਾਰ ਕੇ ਬੈਠਦਾ ਸੀ ਸਿਰ ਉੱਚਾ ਕਰਕੇ, ਮੈਂ ਬੇਦਬੀ ਨਹੀਂ ਕਰ ਰਿਹਾ ਵੀ ਇਹ ਨਹੀਂ ਵੀ ਉਹਨਾਂ ਦੀ ਇੱਜ਼ਤ ਘਟਾ ਰਿਹਾ, ਇੱਜ਼ਤ ਵਾਲੇ ਨੇ, ਪਰ ਬੇਨਤੀ ਇਹ ਕਰ ਰਿਹਾ ਵੀ ਜਿਹੜੇ ਕਦੀ ਚੌਂਕੜਾ ਮਾਰ ਕੇ ਬੈਠੇ ਸੀ ਉਹ ਕਿੱਥੇ ਗਏ ਸਾਡੇ ਘਰ ਵਾਲੇ। ਮਹਾਰਾਜ ਕਹਿੰਦੇ ਫਰੀਦਾ ਕਿੱਥੇ ਤੈਡੇ ਮਾਪਿਆਂ, ਜਿਨੀ ਤੂੰ ਜਣਿਓ ਹੈ ਤੈ ਪਾਸੋਂ ਓਏ ਲੱਦ ਗਏ, ਤੂੰ ਅਜੇ ਨਾ ਪਤੀ ਨੋ ਹੈ। ਤੇਰੇ ਬਜ਼ੁਰਗ ਚੜ੍ਹਾਈ ਕਰ ਗਏ, ਤੈਨੂੰ ਅਜੇ ਵੀ ਯਕੀਨ ਨਹੀਂ ਆਉਂਦਾ ਵੀ ਜੇ ਬਜ਼ੁਰਗ ਮਰ ਗਏ ਤੇ ਮਰ ਤੂੰ ਵੀ ਜਾਣਾ ਹੈ। ਮਹਾਰਾਜ ਕਹਿੰਦੇ ਕਮਾਲ ਦੀ ਗੱਲ, ਇੱਕ ਬਿਨਸ ਹੈ, ਆਏ ਦਿਨ ਕੋਈ ਨਾ ਕੋਈ ਬਿਨਸ ਰਿਹਾ, ਇੱਕ ਮਰ ਰਿਹਾ, ਪਰ ਮਰਦਿਆਂ ਦੇਖ ਕੇ ਵੀ ਇੱਕ ਸਮਝੀ ਬੈਠਾ ਵੀ ਮੈਂ ਤਾਂ ਮਰਨਾ ਹੀ ਨਹੀਂ, ਗਵਾਂਢੀ ਮਰ ਗਿਆ ਜਾਂ ਪਿੰਡ 'ਚੋਂ ਕਿਸੇ ਦੀ ਮਰਗ ਹੋ ਗਈ, ਮੈਂ ਥੋੜਾ ਮਰ ਜਾਣਾ। ਇੱਕ ਬਿਨਸ ਹੈ, ਇੱਕ ਅਸਥਿਰ ਮਨ ਹੈ, ਅਚਰਜ ਲਖਿਓ ਨਾ ਜਾਈ, ਅਚਰਜ ਲਖਿਓ ਨਾ ਜਾਈ। ਕਮਾਲ ਦੀ ਗੱਲ, ਫਿਰ ਵੀ ਬੰਦੇ ਨੂੰ ਇਹ ਸੱਚ ਸਮਝ ਨਹੀਂ ਆਉਂਦਾ ਵੀ ਮਰਨਾ ਮੈਂ ਵੀ ਹਾਂ। ਤਾਂ ਹੀ ਮਹਾਰਾਜ ਕਹਿੰਦੇ ਭਾਈ ਇਹ ਸੱਚ ਸਮਝ ਲੈ ਕਿ ਇੱਕ ਦਿਨ ਤੂੰ ਵੀ ਮਰ ਜਾਣਾ ਹੈ। ਤੋ ਇਹ ਰਹਾਓ ਦੇ ਬਚਨ ਸਨ। ਆਓ ਇਹਨਾਂ ਬਚਨਾਂ ਦੇ ਹੁਣ ਅੱਖਰੀ ਅਰਥਾਂ ਦੀ ਵਿਚਾਰ ਕਰਦੇ ਹਾਂ। ਵਿਚਾਰ ਆਰੰਭਣ ਤੋਂ ਪਹਿਲਾਂ ਜਿੰਨੇ ਵੀ ਜੁੜ ਬੈਠੇ ਹਾਂ, ਆਓ ਬਚਨ ਦੇ ਵਿੱਚ ਹਾਜ਼ਰੀ ਭਰੀਏ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਗੌੜੀ ਮਹੱਲਾ ਨਾਵਾਂ। ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਗੌੜੀ ਰਾਗ ਦੇ ਅੰਦਰ ਇਹ ਬਚਨ ਫਰਮਾ ਰਹੇ ਹਨ। ਸਾਧੋ ਰਚਨਾ ਰਾਮ ਬਣਾਈ। ਮਹਾਰਾਜ ਕਹਿੰਦੇ ਇਹ ਜਿਹੜੀ ਰਚਨਾ ਹੈ ਇਹ ਪਸਾਰਾ ਹੈ, ਇਹਨੂੰ ਬਣਾਉਣ ਵਾਲਾ ਰਾਮ ਹੈ, ਰਮਿਆ ਹੋਇਆ ਪਰਮਾਤਮਾ ਹੈ। ਇੱਕ ਬਿਨਸੈ ਇੱਕ ਅਸਥਿਰ ਮਨ ਹੈ, ਅਚਰਜ ਲਖਿਓ ਨਾ ਜਾਈ। ਮਹਾਰਾਜ ਕਹਿੰਦੇ ਜਿਹੜੀ ਰਚਨਾ ਬਣੀ ਹੈ ਫਿਰ ਉਹ ਰਚਨਾ ਨੇ ਬਿਨਸਣਾ ਵੀ ਹੈ, ਪਰ ਕਮਾਲ ਦੀ ਗੱਲ, ਅਚਰਜ ਵਾਲੀ ਗੱਲ ਇਹ ਹੈ ਕਿ ਇੱਕ ਬਿਨਸ ਰਿਹਾ ਹੈ, ਪਰ ਬਿਨਸਦਾ ਦੇਖ ਕੇ ਵੀ ਦੂਜਾ ਬੰਦਾ ਆਪਣੇ ਆਪ ਨੂੰ ਸਦੀਵੀ ਸਮਝ ਰਿਹਾ ਹੈ। ਰਹਾਉ ਠਹਿਰਾਓ ਦੇ ਕੇ, ਇਹ ਕੇਂਦਰੀ ਅਰਥ, ਕੇਂਦਰੀ ਭਾਵ ਸੀ ਸਾਧ ਸੰਗਤ। ਇਹ ਰਹਾਉ ਦੀ ਤੁਕ, ਇੱਥੇ ਠਹਿਰਾਓ ਦੇ ਕੇ ਫਿਰ ਮਹਾਰਾਜ ਬਚਨ ਕਰ ਰਹੇ ਹਨ। ਕਾਮ ਕ੍ਰੋਧ ਮੋਹ ਬਸ ਪ੍ਰਾਨੀ, ਹਰ ਮੂਰਤ ਬਿਸਰਾਈ। ਇਹ ਜਿਹੜਾ ਪ੍ਰਾਨੀ ਹੈ, ਇਹ ਇਨਸਾਨ, ਇਹ ਬੰਦਾ ਹੈ, ਇਹ ਕਾਮ ਕ੍ਰੋਧ ਮੋਹ ਵਰਗੇ ਵਿਕਾਰਾਂ ਦੇ ਵਸ ਵਿੱਚ ਆ ਕੇ ਸਭ ਕੁਝ ਕਰ ਰਿਹਾ ਹੈ। ਤੁਸੀਂ ਦੇਖੋ ਹਰ ਬੰਦਾ ਕੋਈ ਕਾਮ ਦੇ ਵਸ ਹੈ ਤੇ ਕਾਮ ਦੇ ਵਸ ਹੋ ਕੇ ਲੱਚਰ ਵੀਡੀਓਸ ਦੇਖ ਰਿਹਾ ਹੈ, ਪਰਾਇਆ ਤਨ ਦੇਖ ਰਿਹਾ, ਉਹਨੂੰ ਆਪਦੀ ਸੋਝੀ ਵੀ ਨਹੀਂ ਕਿ ਮੈਂ ਇਹ ਕੁਝ ਕੀ ਕਰ ਰਿਹਾ। ਕ੍ਰੋਧ ਦੇ ਵਸ ਹੋ ਕੇ ਪਤਾ ਨਹੀਂ ਕੀ ਕਬੋਲ ਬੋਲ ਜਾਂਦਾ ਹੈ। ਮੋਹ ਦੇ ਵਸ ਹੋ ਕੇ ਪਤਾ ਨਹੀਂ ਕਿੰਨੀਆਂ ਬੇਈਮਾਨੀਆਂ ਕਰ ਜਾਂਦਾ ਹੈ। ਮਹਾਰਾਜ ਕਹਿੰਦੇ ਨੇ ਵਿਕਾਰਾਂ ਦੇ ਵਸ ਵਿੱਚ ਆ ਕੇ ਬੰਦਾ ਪਰਮਾਤਮਾ ਨੂੰ ਭੁਲਾਈ ਬੈਠਾ ਹੈ। ਹਰ ਮੂਰਤ ਤੋਂ ਭਾਵ ਮੂਰਤ ਦਾ ਅਰਥ ਮੂਰਤੀ ਨਹੀਂ, ਮੂਰਤ ਦਾ ਅਰਥ ਹਸਤੀ, ਪਰਮਾਤਮਾ ਦੀ ਹਸਤੀ ਨੂੰ ਭੁਲਾਈ ਬੈਠਾ ਹੈ। ਝੂਠਾ ਤਨ ਸਾਚਾ ਕਰ ਮਾਨਿਓ, ਜੋ ਸੁਪਨਾ ਰਹਿ ਨਾਈ। ਝੂਠਾ ਤਨ ਸਾਚਾ ਕਰ ਮਾਨਿਓ। ਹੁਣ ਝੂਠ ਦਾ ਅਰਥ ਜਿਹਨੇ ਬਿਨਸ ਜਾਣਾ ਹੈ, ਜਿਹੜੇ ਤਨ ਨੇ ਬਿਨਸ ਜਾਣਾ ਹੈ ਉਹਨੂੰ ਸੱਚਾ ਕਰਕੇ ਮੰਨੀ ਬੈਠਾ। ਸੱਚਾ ਤੋਂ ਭਾਵ ਸਦੀਵੀ ਰਹਿਣ ਵਾਲਾ, ਵੀ ਜਿਹੜੇ ਸਰੀਰ ਨੇ ਬਿਨਸ ਜਾਣਾ ਹੈ ਉਹਨੂੰ ਮੰਨੀ ਬੈਠਾ ਵੀ ਇਹਨੇ ਤਾਂ ਕਦੀ ਖਤਮ ਹੀ ਨਹੀਂ ਹੋਣਾ। ਪਰ ਮਹਾਰਾਜ ਕਹਿੰਦੇ ਸਰੀਰ ਬਿਨਸ ਜਾਣਾ ਹੈ, ਪਰ ਕਮਾਲ ਦੀ ਗੱਲ, ਝੂਠਾ ਤਨ ਸਾਚਾ ਕਰ ਮਾਨਿਓ, ਜਿਉਂ ਸੁਪਨਾ ਰਹਿ ਨਾਈ। ਜਿਵੇਂ ਰਾਤ ਨੂੰ ਸੁੱਤੇ ਹੋਈਏ ਤੇ ਸੁਪਨੇ ਦੇ ਵਿੱਚ ਜੋ ਕੁਝ ਦਿਖ ਰਿਹਾ ਹੈ ਬੰਦੇ ਨੂੰ ਇੰਜ ਲੱਗਦਾ ਬਸ ਇਹੀ ਸੱਚ ਹੈ, ਤੇ ਜਦੋਂ ਜਾਗ ਖੁੱਲ੍ਹਦੀ ਉਦੋਂ ਪਤਾ ਲੱਗਦਾ ਵੀ ਉਹ ਤਾਂ ਸੁਪਨਾ ਸੀ, ਉਹ ਤਾਂ ਸੱਚਾਈ ਹੈ ਹੀ ਨਹੀਂ ਸੀ। ਜਦੋਂ ਮੌਤ ਆਉਣੀ ਹੈ ਉਦੋਂ ਬੰਦੇ ਨੂੰ ਪਤਾ ਲੱਗਦਾ ਵੀ ਸਰੀਰ ਤਾਂ ਝੂਠ ਹੀ ਸੀ, ਇਹ ਸੱਚ ਹੈ ਹੀ ਨਹੀਂ ਸੀ। ਪਰ ਮਹਾਰਾਜ ਕਹਿੰਦੇ ਜਿਹੜੀ ਚੀਜ਼ ਝੂਠ ਹੈ ਉਹਨੂੰ ਸੱਚ ਮੰਨੀ ਬੈਠਾ ਹੈ। ਜੋ ਦਿਸੈ ਸੋ ਸਗਲ ਬਿਨਾਸੈ, ਜਿਉ ਬਾਦਰ ਕੀ ਛਾਈ। ਮਹਾਰਾਜ ਕਹਿੰਦੇ ਜੋ ਦਿਸ ਰਿਹਾ ਹੈ, ਜੋ ਦਿਸੈ, ਜੋ ਦਿਖ ਰਿਹਾ ਹੈ, ਜਿੰਨੇ ਵੀ ਜੀਵ ਪ੍ਰਾਣੀ ਦਿਖ ਰਹੇ ਨੇ, ਇਹਨਾਂ ਸਾਰਿਆਂ ਨੇ ਇੱਕ ਦਿਨ ਬਿਨਸ ਜਾਣਾ ਹੈ। ਜਿਵੇਂ ਬੱਦਲ ਦੀ ਛਾਂ ਬਿਨਸ ਜਾਂਦੀ ਹੈ, ਧੁੱਪ ਚੜੀ ਹੋਵੇ ਤੇ ਬੱਦਲ ਆ ਜਾਵੇ, ਹੁਣ ਉਹ ਛਾਂ ਸਦਾ ਵਾਸਤੇ ਰਹਿ ਨਹੀਂ ਸਕਦੀ। ਅਸੀਂ ਕਹੀਏ ਵੀ ਬੱਦਲ ਦੇ ਛਾਵੇਂ ਬੈਠਣਾ ਹੈ, ਕੁਝ ਸਮਾਂ ਲੰਘਣਾ ਤੇ ਬੱਦਲ ਨੇ ਅੱਗੇ ਚਲੇ ਜਾਣਾ, ਛਾਂ ਖਤਮ।
ਜਿਵੇਂ ਬੱਦਲ ਦੀ ਛਾਂ ਇੱਕ ਥਾਂ ਤੇ ਟਿਕੀ ਨਹੀਂ ਰਹਿ ਸਕਦੀ, ਇਸੇ ਤਰ੍ਹਾਂ ਇਹ ਰਚਨਾ ਵੀ ਟਿਕੀ ਨਹੀਂ ਰਹਿ ਸਕਦੀ। ਅੱਜ ਹੈ ਕੱਲ ਨੂੰ ਬਿਨਸ ਜਾਣਾ ਹੈ। ਮਹਾਰਾਜ ਕਹਿੰਦੇ ਜੋ ਦਿਸ ਰਿਹਾ ਉਹਨੇ ਇੱਕ ਦਿਨ ਬਿਨਸ ਜਾਣਾ ਹੈ। ਜਨ ਨਾਨਕ ਜਗ ਜਾਣਿਓ ਮਿਥਿਆ ਰਹਿਓ RAM ਸਰਨਾਈ। ਤੇ ਮਹਾਰਾਜ ਕਹਿੰਦੇ ਜਿਹੜਾ ਇਨਸਾਨ ਇਸ ਜਗਤ ਨੂੰ ਮਿਥਿਆ ਤੋਂ ਭਾਵ ਨਾਸ਼ਵੰਤ, ਝੂਠ ਵੀ ਖਤਮ ਹੋ ਜਾਣਾ ਹੈ, ਜਿਨੇ ਜਗਤ ਨੂੰ ਖਤਮ ਹੋਣ ਵਾਲੀ ਚੀਜ਼ ਸਮਝ ਲਿਆ ਹੈ ਨਾ, ਉਹੀ ਬੰਦਾ ਫਿਰ ਪਰਮਾਤਮਾ ਦੀ ਸ਼ਰਨ ਆਉਂਦਾ ਹੈ। ਤਾਂ ਹੀ ਮਹਾਰਾਜ ਨੇ ਇਹ ਗੱਲ ਵਾਰ-ਵਾਰ ਸਮਝਾਈ, ਭਾਈ ਪਹਿਲਾਂ ਇਹ ਮੰਨੋ ਵੀ ਅਸੀਂ ਮਰ ਜਾਣਾ ਹੈ। ਜਿਨੇ ਮੌਤ ਕਬੂਲੀ ਨਾ ਉਹਨੂੰ ਫੇਰ ਹੀ ਰੱਬ ਯਾਦ ਆਉਣਾ ਹੈ। ਜਿੰਨੀ ਦੇਰ ਤੱਕ ਬੰਦੇ ਨੂੰ ਮੌਤ ਯਾਦ ਨਹੀਂ ਨਾ ਆਉਂਦੀ ਉਨੀ ਦੇਰ ਤੱਕ ਇਹ ਬੇਈਮਾਨੀਆਂ ਵੀ ਕਰੇਗਾ, ਝੂਠ ਵੀ ਬੋਲੇਗਾ। ਤੇ ਜਿਹਨੂੰ ਮੌਤ ਯਾਦ ਆ ਗਈ ਵੀ ਮਰਤਾ ਜਾਣਾ, ਫਿਰ ਮੈਂ ਬੇਈਮਾਨੀਆਂ ਕਿਉਂ ਕਰ ਰਿਹਾ, ਬੇਈਮਾਨੀ ਕਰਕੇ ਧਨ ਕਿਉਂ ਇਕੱਠਾ ਕਰ ਰਿਹਾ। ਪਰਮਾਤਮਾ ਦੀ ਸ਼ਰਨੀ ਆਉਂਦਾ ਹੀ ਉਹ ਬੰਦਾ ਹੈ ਜਿਹੜਾ ਬੰਦਾ ਆਪਣੇ ਆਪ ਨੂੰ ਇਹ ਸਮਝੇ ਵੀ ਮੈਂ ਮਰ ਜਾਣਾ ਹੈ, ਜਿਹੜਾ ਜਗਤ ਨੂੰ ਖਤਮ ਹੋਣ ਵਾਲੀ ਚੀਜ਼ ਸਮਝੇ, ਉਹੀ ਪਰਮਾਤਮਾ ਦੀ ਸ਼ਰਨੀ ਆਉਂਦਾ ਹੈ। ਤਾਂ ਹੀ ਮਹਾਰਾਜ ਨੇ ਪਹਿਲਾਂ ਮੌਤ ਯਾਦ ਦਿਵਾਈਏ, ਪਹਿਲਾਂ ਮਰਨ ਕਬੂਲ, ਪਹਿਲਾਂ ਮੌਤ ਕਬੂਲ ਕਰ, ਬਾਕੀ ਗੱਲਾਂ ਤਾਂ ਬਾਅਦ ਵਿੱਚ ਨੇ, ਕਿਉਂਕਿ ਮੌਤ ਕਬੂਲ ਹੋਵੇਗੀ। ਜੇ ਇਹ ਮਨ ਦੇ ਵਿੱਚ ਕਬੂਲ ਹੋ ਗਿਆ ਵੀ ਜਗਤ ਨੇ ਬਿਨਸ ਜਾਣਾ ਹੈ, ਫੇਰ ਹੀ ਪਰਮਾਤਮਾ ਦੀ ਸ਼ਰਨੀ ਆਵਾਂਗੇ। ਮਹਾਰਾਜ ਕਹਿ ਰਹੇ ਨੇ, ਸਤਿਗੁਰੂ ਜੀ ਦਾ ਬਚਨ, ਜਨ ਨਾਨਕ ਜਗ ਜਾਣਿਓ ਮਿਥਿਆ। ਜਿਹੜੇ ਲੋਕ ਇਸ ਜਗਤ ਨੂੰ ਮਿਥਿਆ ਜਾਣਦੇ ਨੇ, ਨਾਸ਼ਵੰਤ ਜਾਣਦੇ ਨੇ, ਰਹਿਓ RAM ਸਰਨਾਈ, ਫਿਰ ਉਹੀ ਰਮੇ ਹੋਏ ਪਰਮਾਤਮਾ ਦੀ ਸ਼ਰਨੀ ਆ ਸਕਦੇ ਨੇ। ਤੋ ਇਸ ਬਚਨ ਦੇ ਅਖਰੀ ਅਰਥ ਵੀ ਵਿਚਾਰ ਕੀਤੇ ਆਪਾਂ, ਸਾਰਾ ਭਾਵ ਵੀ ਵਿਚਾਰ ਕੀਤਾ। ਵਿਚਾਰ ਕਰਦੇ ਆ ਬੇਅੰਤ ਭੁੱਲਾਂ ਸਤਿਗੁਰੂ ਬਖਸ਼ ਲੈਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।